ਧੰਨ ਵਾਹਿਗੁਰੂ ਸਾਹਿਬ ਜੀਓ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਾਕੋਂ, ਤੂੰ ਠਾਕੁਰ ਊਚ ਭਗਵਾਨਾ। ਮਹਿਲਾ ਚੌਥਾ। ਸਤਿਗੁਰ ਪੁਰਖ ਅਗੰਮ ਹੈ, ਜਿਸ ਅੰਦਰ ਹਰ ਉਰ ਧਾਰਿਆ। ਸਤਿਗੁਰੂ ਨੋ ਅਪੜ ਕੋਇ ਨਾ ਸਕਈ, ਜਿਸ ਵੱਲ ਸਿਰਜਨ ਹਾਰਿਆ। ਸਤਿਗੁਰੂ ਕਾ ਖੜਗ ਸੰਜੋ ਹਰ ਭਗਤ ਹੈ, ਜਿਤ ਕਾਲ ਕੰਟਕ ਮਾਰ ਵਿਡਾਰਿਆ। ਸਤਿਗੁਰੂ ਕਾ ਰਖਣ ਹਾਰਾ ਹਰ ਆਪ ਹੈ, ਸਤਿਗੁਰੂ ਕੈ ਪਿਛੈ ਹਰ ਸਭ ਉਬਾਰਿਆ। ਜੋ ਮੰਦਾ ਚਿਤਵੈ ਪੂਰੇ ਸਤਿਗੁਰੂ ਕਾ, ਸੋ ਆਪ ਉਪਾਵਨ ਹਾਰੈ ਮਾਰਿਆ। ਇਹ ਗੱਲ ਹੋਵੇ ਹਰ ਦਰਗਾਹ ਸੱਚੇ ਕੀ, ਜਨ ਨਾਨਕ ਅਗੰਮ ਵਿਚਾਰਿਆ। ਇਹ ਗੱਲ ਹੋਵੇ ਹਰ ਦਰਗਾਹ ਸੱਚੇ ਕੀ, ਜਨ ਨਾਨਕ ਅਗੰਮ ਵਿਚਾਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗਿਆ ਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ ਸਬਾਇਮਾਨ ਗੁਰੂ ਰੂਪ ਪਿਆਰੀ ਸਾਧ ਸੰਗਤ, ਸਤਿਗੁਰੂ ਜੀ ਦੀ ਅਪਾਰ ਕਿਰਪਾ ਮਿਹਰਾਮਤ ਸਦਕਾ ਪਾਵਨ ਪਵਿੱਤਰ ਸ਼ਬਦ ਜੋ ਆਪਾਂ ਸਰਵਣ ਕੀਤਾ ਹੈ, ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਵੱਲੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ 312 ਅੰਗ ਤੇ ਸੁਭਾਇਮਾਨ। ਸਤਿਗੁਰੂ ਜੀ ਇਸ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਸਤਿਗੁਰੂ ਜੀ ਦੀ ਮਹਿਮਾ ਬਿਆਨ ਕਰਦੇ ਹਨ। ਸਤਿਗੁਰ ਪੁਰਖ ਅਗੰਮ ਹੈ, ਜਿਸ ਅੰਦਰ ਹਰ ਉਰ ਧਾਰਿਆ। ਅਗੰਮ ਹੁੰਦਾ ਹੈ ਕਿ ਜਿਹਦਾ ਕੋਈ ਅੰਤ ਨਾ ਪਾਇਆ ਜਾ ਸਕੇ। ਜਿਵੇਂ ਅਸੀਂ ਪਰਮੇਸ਼ਰ ਦਾ ਅੰਤ ਨਹੀਂ ਪਾ ਸਕਦੇ, ਇਵੇਂ ਸਤਿਗੁਰੂ ਦਾ ਅੰਤ ਨਹੀਂ ਲੱਭ ਸਕਦੇ। ਗੁਰ ਪਰਮੇਸ਼ਰ ਇੱਕੋ ਜਾਣ, ਗੁਰੂ ਅਤੇ ਪਰਮੇਸ਼ਰ ਨੂੰ ਇੱਕੋ ਜਾਣ। ਕਿਉਂਕਿ ਜੋ ਗੁਰੂ ਕਹਿੰਦਾ ਹੈ ਉਹੀ ਪਰਮੇਸ਼ਰ ਕਰਦਾ ਹੈ, ਅਤੇ ਗੁਰੂ ਕਦੇ ਗਲਤ ਨਹੀਂ ਕਰਦਾ, ਜਿਸ ਨੂੰ ਆਪਾਂ ਕਹਿੰਦੇ ਗੁਰਮਤਿ, ਗੁਰੂ ਦੀ ਮੱਤ। ਸੋ ਸਤਿਗੁਰੂ ਜੀ ਕਹਿੰਦੇ ਵੀ ਜਦੋਂ ਗੁਰੂ ਦੀ ਮੱਤ ਲੈ ਕੇ ਤੂੰ ਚੱਲੇਗਾ ਸੰਸਾਰ ਦੇ ਵਿੱਚ, ਉਦੋਂ ਕੋਈ ਵੀ ਕਾਰਜ ਤੂੰ ਗਲਤ ਨਹੀਂ ਕਰੇਗਾ। ਕਿਉਂਕਿ ਸਤਿਗੁਰੂ ਜਿਹੜਾ ਹੈ ਉਹ ਸਾਨੂੰ ਸਿੱਖਿਆ ਹੀ ਇਹ ਦਿੰਦਾ ਹੈ ਕਿ ਜਦੋਂ ਵੀ ਸੰਸਾਰ ਦੇ ਵਿੱਚ ਚੱਲਣਾ ਹੈ, ਸੰਸਾਰ ਦੇ ਵਿੱਚ ਵਿਚਰਨਾ ਹੈ, ਸਭ ਤੋਂ ਪਹਿਲਾਂ ਤੈਨੂੰ ਸੰਸਾਰ ਦੇ ਵਿੱਚ ਰਹਿਣ ਦਾ ਢੰਗ ਆਉਣਾ ਚਾਹੀਦਾ ਹੈ। ਅਸੀਂ ਕੀ ਕਰਦੇ ਹਾਂ, ਅਸੀਂ ਕਹਿੰਦੇ ਨਿਰੰਕਾਰ ਲੱਭ ਗਿਆ, ਫਿਰ ਤਾਂ ਸੰਸਾਰ ਨੂੰ ਮੈਂ ਉਂਗਲਾਂ 'ਤੇ ਨਚਾ ਲਾਂਗਾ। ਤਕਰੀਬਨ ਸੰਸਾਰ ਦੇ ਜਿੰਨੇ ਵੀ ਜੀਵ ਨੇ ਉਹ ਪਰਮੇਸ਼ਰ ਨੂੰ ਲੱਭਦੇ ਹੀ ਇਸ ਕਰਕੇ ਨੇ ਕਿ ਸੁੱਖ ਮਿਲੇਗਾ। ਪਰਮਾਤਮਾ ਨੂੰ ਜਪਦੇ ਹੀ ਇਸ ਕਰਕੇ ਨੇ ਕਿ ਸਾਨੂੰ ਮਨੋਕਾਮਨਾਵਾਂ ਪੂਰਨੀਆਂ ਹੋ ਜਾਣਗੀਆਂ। ਅਸੀਂ ਪਰਮੇਸ਼ਰ ਨੂੰ ਜਪਦੇ ਹੀ ਇਸ ਕਰਕੇ ਹਾਂ ਕਿ ਸਭ ਤੋਂ ਵੱਡੀ ਪਾਵਰ ਸਾਡੇ ਕੋਲ ਆ ਜਾਵੇਗੀ। ਪਰ ਕੋਈ ਵਿਰਲੇ ਮਨੁੱਖ ਹੁੰਦੇ ਨੇ ਇਹੋ ਜਿਹੇ ਜਿਹੜੇ ਕਹਿੰਦੇ ਨੇ ਕਿ ਜਦੋਂ ਸਤਿਗੁਰੂ ਸਾਡੇ ਕੋਲ ਹੋਇਆ ਨਾ, ਤੇ ਦੁੱਖ ਨੂੰ ਅਸੀਂ ਝੱਲ ਸਕਾਂਗੇ, ਦੁੱਖ ਨੂੰ ਅਸੀਂ ਆਪਣੇ ਸਰੀਰ 'ਤੇ ਹੰਢਾ ਸਕਾਂਗੇ, ਕਿਉਂਕਿ ਸਾਡੇ ਕੋਲ ਸਤਿਗੁਰੂ ਹੈ। ਗੱਲ ਤਾਂ ਮੇਰੇ ਕੋਲ ਭੁਲੇਖੇ ਜਿਹੀ ਵਰਗੀ ਹੈ ਕਿ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਪਰਮੇਸ਼ਰ ਨੂੰ ਲੱਭਣਾ, ਅਕਾਲ ਪੁਰਖ ਪਰਮਾਤਮਾ ਨੂੰ ਲੱਭਣਾ, ਤਾਂ ਸੁੱਖ ਤਾਂ ਮਿਲਣੇ ਹੀ ਮਿਲਣੇ ਨੇ।
ਪਰ ਇਹ ਕਿਵੇਂ ਦੀ ਗੱਲ ਹੋਈ ਕਿ ਅਸੀਂ ਦੁੱਖ ਦੇ ਵਿੱਚ ਵੀ ਪਰਮਾਤਮਾ ਨੂੰ ਅੰਗ ਸੰਗ ਜਾਣੀਏ, ਤਾਂ ਦੁੱਖ ਡਾਢਾ ਕਿਵੇਂ ਨਹੀਂ ਹੋ ਸਕਦਾ, ਦੁੱਖ ਦੁਖੀ ਕਿਵੇਂ ਨਹੀਂ ਕਰ ਸਕਦਾ। ਕਿਉਂਕਿ ਸਭ ਤੋਂ ਵੱਡੀ ਗੱਲ ਸਾਨੂੰ ਗੁਰਬਾਣੀ ਦੇ ਵਿੱਚ ਇਹੀ ਸਿਖਾਈ ਗਈ ਹੈ ਕਿ ਮੌਤ ਨੂੰ ਸੱਚ ਕਰਕੇ ਜਾਣਨਾ ਹੈ, ਜੀਵਨ ਨਾ ਲੱਭ। ਮੌਤ ਨੂੰ ਸੱਚ ਕਰਕੇ ਜਾਣ, ਉਹ ਇਹਨੇ ਇੱਕ ਦਿਨ, ਭਾਵੇਂ ਸਾਨੂੰ ਉਸ ਦੀ ਤਰੀਕ ਵਾਰ ਥਿਤ ਕੁਛ ਨਹੀਂ ਪਤਾ ਵੀ ਕਦੋਂ ਆਉਣੀ ਹੈ, ਪਰ ਇਹ ਗੱਲ ਤਾਂ ਸਾਨੂੰ ਵੀ ਪਤਾ ਵੀ ਇੱਕ ਦਿਨ ਅਸੀਂ ਚਲੇ ਜਾਣਾ ਹੈ, ਅਸੀਂ ਰਹਿਣਾ ਨਹੀਂ ਇੱਥੇ ਸੰਸਾਰ ਦੇ ਵਿੱਚ। ਪਤਾ ਤਾਂ ਹੈ ਨਾ ਗੱਲ ਦਾ, ਇਸ ਗੱਲ ਦਾ। ਭਾਵੇਂ ਮਨੁੱਖ ਕਦੋਂ ਵੀ ਸਮਝ ਲਵੇ ਵੀ ਕੋਈ ਗੱਲ ਨਹੀਂ, ਅਜੇ ਬੜੇ ਸਾਲ ਪਏ ਨੇ, ਬੜੇ ਮਹੀਨੇ ਪਏ ਨੇ, ਬੜੇ ਦਿਨ ਪਏ ਨੇ, ਪਰ ਇੱਕ ਗੱਲ ਧਿਆਨ ਕੇ ਇਹਦੀਆਂ ਬ੍ਰੇਕਾਂ ਜ਼ਰੂਰ ਲੱਗ ਜਾਂਦੀਆਂ ਵੀ ਚਲੇ ਤਾਂ ਜ਼ਰੂਰ ਜਾਣਾ ਹੈ, ਜਾਣਾ ਤਾਂ ਹੈਗਾ, ਇਹ ਗੱਲ ਨੂੰ ਮੰਨਦਾ ਹੈ ਮਨੁੱਖ। ਪਰ ਫਿਰ ਵੀ ਸਤਿਗੁਰੂ ਜੀ ਕਹਿੰਦੇ ਨੇ ਵੀ ਮੰਨਣ ਦੇ ਬਾਵਜੂਦ ਵੀ, ਇਹ ਗੱਲ ਨੂੰ ਜਾਣਨ ਦੇ ਬਾਵਜੂਦ ਵੀ ਇਹ ਸਮਝ ਲੈਂਦਾ ਹੈ ਵੀ ਕੋਈ ਗੱਲ ਨਹੀਂ, ਕਿਹੜਾ ਕੋਈ ਦੇਖ ਰਿਹਾ ਹੈ, ਜਾਂ ਕੋਈ ਅੱਗੇ ਕੋਈ ਪਾਪ ਪੁੰਨ ਵਿਚਾਰੇ ਜਾਣੇ ਨੇ, ਕਿਹੜਾ ਮੇਰੇ ਤੋਂ ਕੋਈ ਹਿਸਾਬ ਕਿਤਾਬ ਪੁੱਛਿਆ ਜਾਣਾ ਹੈ, ਕਿੰਨੇ ਮੇਰੇ ਤੋਂ ਲੇਖਾ ਲੈਣਾ ਹੈ। ਕਿ ਜੋ ਵੀ ਸੰਸਾਰ ਦੇ ਵਿੱਚ ਹੋ ਗਿਆ, ਕਿ ਔਗਣ ਦੀ ਇੱਕ ਖਾਸੀਅਤ ਹੁੰਦੀ ਹੈ ਕਿ ਜਦੋਂ ਇਹ ਆਉਂਦਾ ਹੈ ਉਦੋਂ ਬੜੇ ਹੀ ਸਵਾਦ ਲੈ ਕੇ ਆਉਂਦਾ ਹੈ, ਬੜੇ ਆਨੰਦ ਲੈ ਕੇ ਆਉਂਦਾ ਹੈ, ਪਰ ਜਦੋਂ ਇਹ ਜਾਂਦਾ ਹੈ ਨਾ, ਤੇ ਜ਼ਿੰਦਗੀ ਦੇ ਵਿੱਚ ਸਾਰੀ ਉਮਰ ਲਈ ਦੁੱਖ ਦੇ ਕੇ ਚਲੇ ਜਾਂਦਾ ਹੈ। ਪਰ ਗੁਣ ਦੀ ਇੱਕ ਖਾਸੀਅਤ ਹੁੰਦੀ ਹੈ ਕਿ ਆਉਂਦਾ ਬਹੁਤ ਡਾਢਾ ਹੈ, ਸੌਖਾ ਨਹੀਂ ਆਉਂਦਾ। ਜਿਹੜਾ ਗੁਣ ਹੁੰਦਾ ਹੈ ਨਾ, ਉਹ ਬਿਲਕੁਲ ਆਰਾਮ ਨਾਲ ਨਹੀਂ ਪ੍ਰਾਪਤ ਕੀਤਾ ਜਾ ਸਕਦਾ, ਬੜੀ ਮਸ਼ੱਕਤ ਘਾਲਣੀ ਪੈਂਦੀ ਉਹਦੇ ਵਾਸਤੇ, ਬੜਾ ਯਤਨ ਕਰਨਾ ਪੈਂਦਾ ਹੈ, ਬਹੁਤ ਜ਼ਿਆਦਾ ਯਤਨ। ਯਤਨ ਤੋਂ ਭਾਵ ਹੁੰਦਾ ਹੈ ਕਿ ਜਿਵੇਂ ਇੱਕ ਮਜ਼ਦੂਰ ਸ਼ਾਮ ਨੂੰ ਮਜ਼ਦੂਰੀ ਪ੍ਰਾਪਤ ਕਰਨ ਵਾਸਤੇ ਦਿਨ ਭਰ ਦੇ ਵਿੱਚ ਉਹ ਮਿਹਨਤ ਕਰਦਾ ਹੈ, ਤੇ ਉਸ ਦੀ ਮਜ਼ਦੂਰੀ ਜਦੋਂ ਉਹਨੂੰ ਪ੍ਰਾਪਤ ਹੁੰਦੀ ਹੈ ਨਾ, ਸਮਝ ਲੈਣਾ ਕਿ ਮਜ਼ਦੂਰ ਉਹ, ਐਸੀ ਸਾਰੇ ਮਜ਼ਦੂਰ ਆ। ਜਿਹੜਾ ਬੰਦਾ ਇੱਥੇ ਕਮਾਉਣ ਵਾਸਤੇ ਆਇਆ ਨਾ ਸੰਸਾਰ ਦੇ ਵਿੱਚ, ਉਹ ਸਾਰੇ ਹੀ ਮਜ਼ਦੂਰ ਨੇ। ਇਹ ਕੋਈ ਭੇਖ ਦਾ ਨਾਮ ਨਹੀਂ ਹੈ ਵੀ ਜਿੰਨੇ ਕੋਈ ਨੌਕਰੀ ਕਰ ਲਈ ਤੇ ਉਹ ਨੌਕਰ ਬਣ ਗਿਆ। ਸਿਰਫ ਇਹ ਸ਼ਬਦਾਂ ਦਾ ਵਲਵਲਾ ਹੁੰਦਾ ਹੈ, ਸ਼ਬਦਾਂ ਦਾ ਹੇਰ ਫੇਰ ਹੁੰਦਾ। ਕਈਆਂ ਨੂੰ ਮਜ਼ਦੂਰ ਕਹਿ ਦਿੱਤਾ ਜਾਂਦਾ, ਕਈਆਂ ਨੂੰ ਨੌਕਰ ਕਹਿ ਦਿੱਤਾ ਜਾਂਦਾ ਹੈ, ਕਈ ਲੋਕ ਕਹਿ ਦਿੰਦੇ ਨੇ ਦਫ਼ਤਰ, ਕਈ ਕਹਿ ਦਿੰਦੇ ਨੇ ਆਫਿਸ। ਫਰਕ ਕੋਈ ਨਹੀਂ ਹੈ, ਸਾਰੇ ਅਸੀਂ ਮਜ਼ਦੂਰੀ ਕਰਨ ਵਾਸਤੇ ਆਏ ਹਾਂ। ਉਹ ਸਾਡੀ ਵੱਖਰੀ ਦੇਖ ਹੈ ਕਿ ਜਿਹਦੇ ਚੰਗੇ ਕੱਪੜੇ ਪਾਏ ਉਹਨਾਂ ਨੂੰ ਬਿਜ਼ਨਸਮੈਨ ਕਹਿ ਦਿੰਦੇ ਜਾਂਦਾ ਹੈ, ਜਿਹੜਾ ਵਿਚਾਰਾ ਕੋਈ ਆਮ ਮਜ਼ਦੂਰੀ ਕਰਦਾ ਹੋਵੇ ਉਹਨੂੰ ਆਪਾਂ ਮਜ਼ਦੂਰ ਕਹਿ ਦਿੰਦੇ ਹਾਂ। ਪਰ ਹੈ ਸਾਡੀ ਹਾਲਤ ਇੱਕੋ ਜਿਹੀ ਹੈ, ਭੁਲੇਖਾ ਹੈ, ਸਿਰਫ ਭੁਲੇਖਾ ਕੱਪੜਿਆਂ ਦਾ, ਗੱਲ ਹੋਰ ਕੋਈ ਨਹੀਂ, ਫਰਕ ਕੋਈ ਨਹੀਂ ਹੈਗਾ। ਨੌਕਰੀ ਉਹ ਕਰਦਾ, ਨੌਕਰੀ ਉਹ ਕਰਦਾ, ਮਜ਼ਦੂਰੀ ਉਹ ਕਰਦਾ, ਮਜ਼ਦੂਰੀ ਬਿਜ਼ਨਸਮੈਨ ਕਰਦਾ, ਸਿਰਫ ਕੱਪੜਿਆਂ ਦਾ ਭੁਲੇਖਾ ਹੈ ਸਾਨੂੰ। ਕਹਿੰਦੇ ਫਿਰ ਹੁਣ ਉਹਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਹੁਤ ਮਸ਼ੱਕਤ ਕੀਤੀ, ਮਸ਼ੱਕਤ ਘਾਲਣ ਤੋਂ ਬਾਅਦ ਸ਼ਾਮੀ ਜਾ ਕੇ ਉਹਨੂੰ ਮਜ਼ਦੂਰੀ ਪ੍ਰਾਪਤ ਹੋਈ। ਤੇ ਮਜ਼ਦੂਰੀ ਪ੍ਰਾਪਤ ਕਰਨਾ ਉਹਦਾ ਗੁਣ ਹੈ, ਤੇ ਗੁਣ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਨੇ ਡਾਢੀ ਮਿਹਨਤ ਕੀਤੀ, ਬੜੀ ਮਿਹਨਤ ਕੀਤੀ। ਪਰ ਇੱਕ ਜਿਹੜਾ ਮਿੰਟ ਠੱਗੀ ਮਾਰ ਕੇ ਚਲਾ ਜਾਂਦਾ ਹੈ, ਤਾਂ ਜਦੋਂ ਉਹਨੇ ਠੱਗੀ ਮਾਰੀ ਹੁੰਦੀ ਉਹਨੂੰ ਐਂ ਲੱਗਦਾ ਵੀ ਇਹਨੂੰ ਪਤਾ ਹੀ ਕੁਛ ਨਹੀਂ ਲੱਗਾ, ਇਹਨੂੰ ਭੁਲੇਖਾ ਲੱਗ ਗਿਆ, ਮੈਂ ਬਹੁਤ ਵੱਡੀ ਠੱਗੀ ਮਾਰ ਲਈ, ਮੈਂ ਬਹੁਤ ਜ਼ਿਆਦਾ ਠੱਗ ਲਿਆ। ਸਵਾਦ ਬੜਾ ਆਉਂਦਾ ਇਸ ਗੱਲ ਨੂੰ ਸੁਣ ਕੇ। ਪਰ ਜਦੋਂ ਗੁਰਬਾਣੀ ਇਸ ਗੱਲ ਦੇ ਉੱਤੇ ਜ਼ੋਰ ਦਿੰਦੀ ਹੈ ਕਿ ਬੰਦਿਆ ਤੂੰ ਮਾਰ ਤਾਂ ਠੱਗੀ ਲਈ ਹੈ, ਪਰ ਅਸਲ ਦੇ ਵਿੱਚ ਇਸ ਚੀਜ਼ ਦਾ ਤੈਨੂੰ ਲੇਖਾ ਦੇਣਾ ਪੈਣਾ ਹੈ। ਹੁਣ ਜਦੋਂ ਠੱਗੀ ਮਾਰੀ ਸੀ ਉਦੋਂ ਬੜਾ ਆਨੰਦ ਆਇਆ, ਬੜਾ ਸੁੱਖ ਮਿਲਿਆ, ਬੜਾ ਆਰਾਮ ਮਿਲਿਆ, ਤੇ ਸਾਡਾ ਜਿਹੜਾ ਦਿਮਾਗ ਸੀ ਨਾ ਬੜਾ ਚੰਚਲ ਹੋਇਆ, ਜਿਹਨੂੰ ਕਹਿੰਦੇ ਲੁੱਡੀਆਂ ਮਾਰਦਾ ਫਿਰਦਾ ਵੀ ਅੱਜ ਮੈਂ ਬਹੁਤ ਵੱਡੀ ਠੱਗੀ ਮਾਰੀ ਹੈ, ਇੱਕ ਬਹੁਤ ਵੱਡਾ ਇੱਕ ਕੰਮ ਕੀਤਾ ਹੈ, ਕਿਸੇ ਨੂੰ ਪਤਾ ਹੀ ਨਹੀਂ ਚੱਲਣ ਦਿੱਤਾ। ਪਰ ਇੱਕ ਡਰ ਜਿਹੜਾ ਨਾ ਸਾਰੀ ਉਮਰ ਲਈ ਸਾਡੇ ਅੰਦਰ ਉਹ ਛੱਡ ਜਾਂਦਾ ਵੀ ਜੇ ਪਤਾ ਲੱਗ ਗਿਆ ਤਾਂ ਕੀ ਬਣੇਗਾ। ਇਸ ਕਰਕੇ ਜਦੋਂ ਉਹ ਠੱਗੀ, ਜਦੋਂ ਅਸੀਂ ਕਿਸੇ ਨੂੰ ਠੱਗਿਆ ਬੜੇ ਚਾਅ ਦੇ ਨਾਲ ਠੱਗਿਆ ਸੀ, ਪਰ ਜਦੋਂ ਉਹਨੂੰ ਠੱਗਣ ਵੇਲੇ, ਜਦੋਂ ਵੀ ਕਿਸੇ ਨੂੰ ਲੁੱਟਣ ਵੇਲੇ ਅਸੀਂ ਚਾਅ ਕੀਤਾ ਸੀ, ਬੜਾ ਖੁਸ਼ ਸੀਗੇ, ਪਰ ਉਹ ਚਾਅ, ਉਹ ਖੁਸ਼ੀ ਸਾਨੂੰ ਸਾਰੀ ਉਮਰ ਨਹੀਂ ਮਿਲਦੀ। ਫਿਰ ਸਾਰੀ ਉਮਰ ਦਾ ਤੋਖਲਾ ਸਾਡੇ ਅੰਦਰ ਉਹ ਛੱਡ ਜਾਂਦਾ ਹੈ ਵੀ ਜੇ ਪਤਾ ਲੱਗ ਗਿਆ ਤਾਂ ਕੀ ਬਣੇਗਾ। ਸੋ ਇਸ ਕਰਕੇ ਜਿਹੜੀ ਚੀਜ਼ ਸੰਸਾਰ ਨੂੰ ਸੁੱਖ ਦਿੰਦੀ ਹੈ ਨਾ, ਜਾਂ ਸੰਸਾਰ ਦੇ ਜੀਵਾਂ ਨੂੰ ਸੁੱਖ ਦਿੰਦੀ ਹੈ, ਉਹ ਅਸਲ ਦੇ ਵਿੱਚ ਮਨੁੱਖ ਦੇ ਦੁੱਖ ਦਾ ਕਾਰਨ ਬਣਦੀ ਹੈ। ਤੇ ਪਰਮਾਤਮਾ ਦਾ ਜਿਹੜਾ ਨਾਮ ਹੈ
ਉਹ ਬੜਾ ਜਪਣਾ ਔਖਾ ਹੈ, ਬਹੁਤ ਜਪਣਾ ਔਖਾ ਹੈ, ਨਹੀਂ ਸੌਖਾ ਨਹੀਂ ਹੈਗਾ, ਬੜਾ ਔਖਾ ਜਪਣਾ। ਇੱਕ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਅੰਮ੍ਰਿਤ ਵੇਲਾ, ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ। ਉਸ ਤੋਂ ਬਾਅਦ ਆਪਣੀ ਜ਼ਿੰਦਗੀ ਦੇ ਵਿੱਚ ਸੰਕੋਚ ਇੰਨਾ ਲੈ ਕੇ ਆਉਣਾ ਪੈਂਦਾ, ਸਬਰ ਇੰਨਾ ਲੈ ਕੇ ਆਉਣਾ ਪੈਂਦਾ ਕਿ ਬੰਦਾ ਆਪਣੀ ਰੋਟੀ ਵੀ ਕਈ ਵਾਰ ਦੂਜੇ ਨੂੰ ਖਵਾਉਣੀ ਪੈਂਦੀ ਹੈ, ਭਲਿਆ ਤੂੰ ਖਾ ਲੈ, ਮੈਂ ਹੋਰ ਇੰਤਜ਼ਾਮ ਕਰ ਲਵਾਂਗਾ। ਇਹ ਗੱਲ ਕੋਈ ਸੌਖੀ ਨਹੀਂ ਹੈਗੀ ਕਿ ਬੰਦੇ ਨੂੰ ਭੁੱਖ ਲੱਗੀ ਹੋਵੇ ਤੇ ਕੋਈ ਦੂਜਾ ਬੰਦਾ ਭੁੱਖਾ ਉਹਦੇ ਕੋਲ ਆ ਜਾਵੇ ਤੇ ਆਪਣੀ ਰੋਟੀ ਛੱਡ ਕੇ ਉਹਨੂੰ ਦੇ ਦੇਵੇ। ਇਹ ਬੜਾ ਔਖਾ ਕਠਿਨ ਕੰਮ ਹੈ। ਪਰ ਇਹ ਇਸੇ ਨੇ ਹੀ ਸਾਨੂੰ ਸਾਰੀ ਉਮਰ ਇੱਕ ਅਜਿਹਾ ਸੁੱਖ ਦੇ ਕੇ ਜਾਣਾ ਕਿ ਜਿਹਨੂੰ ਸਾਨੂੰ ਪ੍ਰਮਾਤਮਾ ਦੇ ਕੋਲ ਲੈ ਕੇ ਜਾਣਾ, ਪਹੁੰਚਣ ਦਾ ਸਿਲਸਿਲਾ ਬਣਾਉਣਾ ਹੈ। ਇਵੇਂ ਕਰਕੇ ਸਾਰੀ ਉਮਰ ਅਸੀਂ ਇਕੱਠਾ ਕਰਦੇ ਹਾਂ, ਸਾਨੂੰ ਸਬਰ ਨਹੀਂ ਆਉਂਦਾ। ਪਰ ਜਦੋਂ ਅਸੀਂ ਦਾਨ ਕਰਦੇ ਹਾਂ, ਦਾਨ ਕਰਨ ਲੱਗਿਆਂ ਸਾਨੂੰ ਬੜਾ ਸਬਰ ਆਉਂਦਾ ਹੈ, ਬੜਾ ਸੰਤੋਖ ਮਿਲਦਾ ਵੀ ਅੱਜ ਮੈਂ ਦਾਨ ਕੀਤਾ, ਚਲੋ ਭਲਾ ਕਰਮ ਕੀਤਾ ਹੈ। ਸੋ ਇਸ ਕਰਕੇ ਪ੍ਰਮਾਤਮਾ ਦਾ ਜਿਹੜਾ ਨਾਮ ਹੈ, ਵਾਹਿਗੁਰੂ ਦਾ ਜਿਹੜਾ ਨਾਮ ਹੈ, ਉਹ ਪ੍ਰਾਪਤ ਅਸੀਂ ਇਸ ਕਰਕੇ ਕਰਦੇ ਹਾਂ ਵੀ ਸਾਨੂੰ ਸੁੱਖ ਮਿਲਣ, ਕੋਈ ਸ਼ੱਕ ਨਹੀਂ ਸੁੱਖ ਮਿਲਣਗੇ। ਪਰ ਜਦੋਂ ਅਸੀਂ ਜਪਣਾ ਹੈ ਉਦੋਂ ਸਾਨੂੰ ਕਠਿਨਾਈਆਂ ਦੇ ਵਿੱਚੋਂ ਨਿਕਲਣਾ ਹੀ ਪੈਂਦਾ ਹੈ, ਉਦੋਂ ਸਾਨੂੰ ਮਸ਼ੱਕਤ ਘਾਲਣੀ ਪੈਂਦੀ ਹੈ, ਮਿਹਨਤ ਕਰਨੀ ਹੀ ਪੈਂਦੀ ਹੈ। ਬੰਦਾ ਜੋ ਮਰਜ਼ੀ ਕਾਖੀ ਜਾਵੇ ਵੀ ਨਹੀਂ ਮਿਹਨਤ ਨਹੀਂ ਕਰਨੀ ਪੈਂਦੀ। ਜੇ ਪਰਮਾਤਮਾ ਦਾ ਨਾਮ ਜਪਣਾ ਇੰਨਾ ਕਠਿਨ ਹੈ ਤੇ ਫਿਰ ਸੁੱਖ ਪ੍ਰਾਪਤ ਕਿਵੇਂ ਕਰਾਂਗੇ? ਇਹਨੇ ਦੁੱਖ ਝੱਲ ਕੇ ਜੇ ਸੁੱਖ ਪ੍ਰਾਪਤ ਕੀਤਾ ਤੇ ਕੀ ਲਾਭ ਹੋਇਆ? ਪਰ ਇਹੀ ਤਾਂ ਅਕਾਲ ਪੁਰਖ ਪਰਮਾਤਮਾ ਜੀ ਦੀ ਖਾਸੀਅਤ ਹੈ ਕਿ ਜਦੋਂ ਤੁਰੇ ਤੁਰੇ ਜਾਂਦੇ ਸੁੱਖ ਦੇ ਵਿੱਚ ਤੁਰ ਵਿਚਰਦੇ ਜਾਂਦੇ ਹੋਏ ਅਸੀਂ ਪਰਮਾਤਮਾ ਕੱਲ ਪਹੁੰਚ ਜਾਵਾਂਗੇ, ਪਰਮਾਤਮਾ ਨੂੰ ਦੇਖ ਲਵਾਂਗੇ ਜਾਂ ਲੱਭ ਲਵਾਂਗੇ, ਫਿਰ ਪਰਮਾਤਮਾ ਦੀ ਕੀਮਤ ਅਸੀਂ ਕੁਛ ਨਹੀਂ ਜਾਣਾਂਗੇ, ਕਿਉਂਕਿ ਸਾਨੂੰ ਸੁੱਖ ਦੇ ਵਿੱਚੋਂ ਮਿਲ ਗਿਆ ਪਰਮਾਤਮਾ, ਆਰਾਮਦਾਇਕ ਮਿਲ ਗਿਆ ਪਰਮਾਤਮਾ। ਪਰ ਜਦੋਂ ਅਸੀਂ ਦੁਖੀ ਹੁੰਦੇ ਜਾਵਾਂਗੇ, ਦੁੱਖ ਦੇ ਵਿੱਚੋਂ ਵਿਚਰ ਕੇ ਜਾਵਾਂਗੇ, ਡਾਢੀਆਂ ਤਕਲੀਫਾਂ ਝੱਲ ਕੇ ਗਏ, ਜਦੋਂ ਪਰਮਾਤਮਾ ਸਾਹਮਣੇ ਵੇਖਿਆ ਡਿੱਠਾ, ਸਾਨੂੰ ਉਹ ਮਿਲਿਆ, ਸਾਡੇ ਨਾਲ ਵਿਚਾਰ ਕੀਤੇ, ਵਿਚਾਰ ਸਾਂਝੇ ਕੀਤੇ, ਤੇ ਫਿਰ ਸਾਰੀਆਂ ਤਕਲੀਫਾਂ ਪਿੱਛੇ ਰਹਿ ਜਾਂਦੀਆਂ, ਭੁੱਲ ਹੀ ਜਾਂਦੀਆਂ, ਤੇ ਫਿਰ ਪਰਮ ਆਨੰਦ ਪ੍ਰਾਪਤ ਹੁੰਦਾ ਹੈ। ਉਹ ਪਰਮ ਆਨੰਦ ਜੇ ਪੁੱਛਿਆ ਜਾਵੇ ਵੀ ਮਹਾਰਾਜ ਉਹ ਪਰਮ ਆਨੰਦ ਕਿਵੇਂ ਪ੍ਰਾਪਤ ਹੁੰਦਾ ਹੈ, ਸਾਨੂੰ ਵੀ ਪਤਾ ਲੱਗੇ ਵੀ ਉਸ ਤੋਂ ਬਾਅਦ ਬੰਦਾ ਕਰਦਾ ਕੀ ਹੈ। ਉਸ ਤੋਂ ਬਾਅਦ ਫਿਰ ਬੰਦਾ ਪਰਮਾਤਮਾ ਨੂੰ ਪ੍ਰਾਪਤ ਕਰਕੇ ਦੁੱਖਾਂ ਨੂੰ ਹਾਸੋਹੀਣੀ ਗੱਲ ਜਾਣਦਾ ਵੀ ਇਹ ਦੁੱਖ ਜਿਹੜੇ ਨੇ ਮੇਰਾ ਕੁਛ ਨਹੀਂ ਵਿਗਾੜ ਸਕਦੇ, ਦੁੱਖ ਮੇਰੇ ਉੱਪਰ ਹਾਵੀ ਨਹੀਂ ਹੋ ਸਕਦੇ। ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਤੱਤੀ ਤਵੀ ਦੇ ਉੱਪਰ ਬਿਠਾਇਆ ਗਿਆ, ਉਹਨਾਂ ਦੇ ਸਰੀਰ ਦੇ ਉੱਪਰ ਛਾਲੇ ਵੀ ਪੈ ਗਏ, ਸਿਰ ਦੇ ਉੱਪਰ ਰੇਤਾਂ ਪਾਈ, ਤੱਤੀ ਰੇਤ ਦੇ ਉੱਪਰ ਬਿਠਾਇਆ ਗਿਆ, ਤੱਤੀ ਤਵੀ ਦੇ ਉੱਪਰ ਬਿਠਾਇਆ ਗਿਆ। ਸਾਰੇ ਲੋਕ, ਸਾਰੀ ਦੁਨੀਆ ਇਹ ਅਚਰਜ ਕੌਤਕ ਵੇਖ ਕੇ ਬੜੇ ਹੈਰਾਨ ਹੋਏ। ਸਾਈਂ ਮੀਆਂ ਮੀਰ ਜੀ ਵੀ ਆਏ, ਕਹਿਣ ਲੱਗੇ ਗੁਰੂ ਅਰਜਨ ਸਾਹਿਬ ਜੀਆਂ ਨੂੰ ਕਿ ਤੁਸੀਂ ਕਰਨ ਕਾਰਨ ਸਮਰੱਥ ਹੋ, ਤੁਸੀਂ ਕੁਝ ਵੀ ਕਰ ਸਕਦੇ ਹੋ, ਪਰ ਇੰਨਾ ਦੁੱਖ ਝੱਲਣਾ, ਇੰਨੀ ਨਿਮਰਤਾ ਰੱਖਣੀ, ਇੰਨਾ ਭਾਣੇ ਦੇ ਵਿੱਚ ਰਹਿਣਾ ਕਿਉਂ? ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਅਸਲ ਗੱਲ ਇਹੀ ਹੈ ਕਿ ਜਦੋਂ ਪਰਮਾਤਮਾ ਕੋਲ ਹੋ ਜਾਵੇ ਨਾ, ਪਰਮਾਤਮਾ ਮਿਲ ਜਾਵੇ, ਫਿਰ ਐਂ ਲੱਗਦਾ ਕਿ ਪਰਮਾਤਮਾ ਦਾ ਛੱਡ ਜਾਣਾ ਹੀ ਸਭ ਤੋਂ ਵੱਡਾ ਦੁੱਖ ਹੈ। ਫਿਰ ਸੰਸਾਰ ਦੇ ਦੁੱਖ ਉਹਦੇ ਸਾਹਮਣੇ ਕੁਛ ਵੀ ਨਹੀਂ ਰਹਿ ਜਾਂਦੇ, ਸੰਸਾਰ ਦੇ ਦੁੱਖ ਉਹਦੇ ਸਾਹਮਣੇ ਕੁਛ ਵੀ ਨਹੀਂ ਰਹਿ ਜਾਂਦੇ। ਜਦੋਂ ਪਰਮਾਤਮਾ ਮਿਲ ਗਿਆ ਤੇ ਹੁਣ ਸਭ ਤੋਂ ਵੱਡਾ ਦੁੱਖ ਇਹੀ ਹੈ ਕਿ ਪਰਮਾਤਮਾ ਨਾ ਵਿਸਰ ਜਾਵੇ। ਗੁਰਬਾਣੀ ਕਹਿੰਦੀ ਆਖਾਂ ਜੀਵਾਂ ਵਿਸਰੈ ਮਰ ਜਾਉ। ਕਿੱਡੀ ਵੱਡੀ ਗੱਲ ਹੈ ਕਿ ਜਿੰਨਾ ਚਿਰ ਮੈਂ ਰੱਬ ਰੱਬ ਆਖਦਾ ਰਹਿਣਾ ਮੇਰੀ ਜ਼ਿੰਦਗੀ ਬਣੀ ਰਹਿੰਦੀ ਹੈ, ਜਿੱਦਣ ਮੈਂ ਵਿਸਾਰ ਦੇਵਾਂ ਉਦਣ ਮੇਰੀ ਮੌਤ ਹੋ ਜਾਂਦੀ ਹੈ। ਤੇ ਕਬੀਰ ਸਾਹਿਬ ਜੀ ਇੱਥੋਂ ਤੱਕ ਗੱਲ ਕਹਿੰਦੇ ਨੇ, ਕਹਿੰਦੇ ਮਹਾਰਾਜ ਤੂੰ ਮਾੜੀ ਜੀ ਪਿੱਠ ਵੀ ਘੁਮਾਵੇਂ, ਕਿਉਂਕਿ ਸਾਨੂੰ ਪਰਮਾਤਮਾ ਅਜੇ ਲੱਭਾ ਨਹੀਂ ਹੈ ਤੇ ਨਾ ਹੀ ਅਸੀਂ ਕੋਈ ਯਤਨ ਕੀਤਾ, ਇਸ ਕਰਕੇ ਸਾਡੇ ਦਿਮਾਗ ਤੱਕ ਜਾਂ ਸਾਡੇ ਮਨ ਤੱਕ ਇਹਨਾਂ ਸ਼ਬਦਾਂ ਦਾ ਅਜੇ ਕੋਈ ਜ਼ੋਰ ਨਹੀਂ ਹੈਗਾ, ਕੋਈ ਸਾਨੂੰ ਇਹਨਾਂ ਸ਼ਬਦਾਂ ਦੇ ਵਿੱਚੋਂ ਅਨੁਭਵ ਕਰ ਨਹੀਂ ਸਕਦੇ, ਪਰਮ ਆਨੰਦ ਨਹੀਂ ਪ੍ਰਾਪਤ ਕਰ ਸਕਾਂਗੇ। ਅਜੇ ਹੋਂਦ ਦਾ ਪਤਾ ਨਹੀਂ ਹੈ ਨਾ ਸਾਨੂੰ ਪਰਮਾਤਮਾ ਦੀ ਦਾ, ਇਸ ਕਰਕੇ ਇਹਨਾਂ ਸ਼ਬਦਾਂ ਦੇ ਵਿਚਲਾ ਆਨੰਦ, ਇਹਨਾਂ ਦੇ ਸ਼ਬਦਾਂ ਦੇ ਵਿਚਲਾ ਤਰਲਾ, ਇਹਨਾਂ ਸ਼ਬਦਾਂ ਦੇ ਵਿਚਲਾ ਜਿਹੜਾ ਦੁੱਖ ਹੈ ਉਹ ਅਸੀਂ ਨਹੀਂ ਜਾਣ ਸਕਦੇ। ਇਹ ਉਹੀ ਜਾਣ ਸਕਦਾ ਜਿਹਨੂੰ ਪਰਮਾਤਮਾ ਨੂੰ ਮਿਲ ਕੇ ਉਸ ਤੋਂ ਬਾਅਦ ਵਿਛੜਨਾ ਪੈ ਜਾਵੇ। ਉਹਨੂੰ ਪਤਾ ਹੁੰਦਾ ਕਿ ਹੁਣ ਪਰਮਾਤਮਾ ਤੋਂ ਮੇਰਾ ਵਿਛੋੜਾ ਬਣ ਜਾਣਾ ਹੈ, ਹੁਣ ਮੈਂ ਕੀ ਕਰਾਂਗਾ। ਮੰਨ ਕੇ ਚੱਲੋ ਵੀ ਇਸੇ ਕਰਕੇ ਸਮਝ ਲਓ ਇੱਕ ਸਿਸਟਮ ਬਣਾਇਆ ਰੱਬ ਜੀ ਨੇ ਕਿ ਮੌਤ ਆਉਣੀ ਸਾਰਿਆਂ ਨੂੰ, ਪਰ ਪਤਾ ਕਿਸੇ ਨੂੰ ਨਹੀਂ ਹੈ।
ਪਰ ਜੇ ਕਿਧਰੇ ਪਤਾ ਲੱਗ ਜਵੇ ਸਾਨੂੰ ਪਤਾ ਲੱਗ ਜਵੇ ਆਉਣ ਵਾਲੇ ਸਮੇਂ ਦੇ ਵਿੱਚ ਮੇਰੀ ਮੌਤ ਹੋ ਜਾਣੀ ਹੈ, ਤੇ ਬੰਦਾ ਇਹੀ ਸੋਚ ਸੋਚ ਕੇ ਉਹ ਆਪਣੀ ਹਾਲਤ ਮਰਨ ਵਾਲਿਆਂ ਵਰਗੀ ਕਰ ਲੇਗਾ, ਪਹਿਲਾਂ ਹੀ ਮਰ ਜਾਣਾ, ਉਹਨੇ ਸੋਚ ਕੇ ਹੀ ਮਰ ਜਾਣਾ ਹੈ। ਇਸ ਕਰਕੇ ਇਹ ਚੀਜ਼ਾਂ ਲਗਾ ਕੇ ਰੱਖੀਆਂ। ਸਾਨੂੰ ਪਤਾ ਹੁੰਦਾ ਨਾ ਵੀ ਸਾਡਾ ਵਿਛੋੜਾ ਪੈ ਜਾਣਾ, ਪਤਾ ਹੁੰਦਾ ਹੈ ਸਾਡਾ ਪਰਮਾਤਮਾ, ਸਾਡਾ ਸਰੀਰ ਕੋਈ ਛੱਡ ਕੇ ਜਾ ਰਿਹਾ, ਸਾਨੂੰ ਘਰ ਦੇ ਵਿੱਚ ਕੋਈ ਜੀਅ ਬਿਮਾਰ ਹੋਵੇ ਤੇ ਸਾਨੂੰ ਪਤਾ ਲੱਗ ਜਾਂਦਾ ਵੀ ਇਹ ਹੁਣ ਛੱਡ ਕੇ ਚੱਲਣੇ ਜਾਣ ਵਾਲਾ ਸਾਨੂੰ, ਤੇ ਸਾਰੀ ਜਿਹੜੀ ਸੁਰਤ ਹੈ ਉਹਦੇ ਵਿੱਚ ਲੱਗੀ ਰਹਿੰਦੀ ਵੀ ਉਹਨੇ ਅੱਜ ਜਾਂ ਘੜੀ ਪਲ ਦੇ ਵਿੱਚ ਚਲੇ ਜਾਣਾ ਹੈ, ਤੇ ਚਿੰਤਾ ਵੱਜੀ ਰਹਿੰਦੀ ਹੈ। ਫਿਰ ਨਾ ਕੰਮ ਕਰਨ ਨੂੰ ਜੀਅ ਕਰਦਾ, ਨਾ ਕੁਛ ਕਿਰਤ ਕਰਨ ਨੂੰ ਜੀਅ ਕਰਦਾ, ਸਿਰਫ ਚਿੰਤਾ ਦੇ ਵਿੱਚ ਵੱਜਾ ਰਹਿੰਦਾ ਹੈ। ਇਵੇਂ ਹੀ ਪਰਮਾਤਮਾ ਹੈ। ਜਦੋਂ ਮਨੁੱਖ ਬੜੇ ਯਤਨਾਂ ਦੇ ਨਾਲ ਮਿਲਦਾ ਹੈ ਮਨੁੱਖ ਨੂੰ ਪਰਮਾਤਮਾ, ਉਸ ਤੋਂ ਬਾਅਦ ਉਹ ਛੱਡਣ ਵਾਸਤੇ ਤਿਆਰ ਨਹੀਂ ਹੁੰਦਾ। ਉਹਨੂੰ ਪਤਾ ਕਿ ਮੈਨੂੰ ਦੁੱਖ ਬੜੇ ਝੱਲਣੇ ਪੈਣੇ। ਕਬੀਰ ਸਾਹਿਬ ਜੀ ਕਹਿੰਦੇ ਨੇ, ਕਰਵਤ ਭਲਾ ਨਾ ਕਰਵਟ ਤੇਰੀ। ਇਹ ਗੱਲ ਕੋਈ ਸੌਖੀ ਨਹੀਂ ਹੈਗੀ। ਕਹਿੰਦੇ ਆਰੇ ਨਾਲ ਮੇਰਾ ਸਰੀਰ ਚੀਰਿਆ ਜਾਵੇ ਮੈਨੂੰ ਚੰਗਾ ਲੱਗਦਾ ਹੈ। ਕਰਵਤ ਦਾ ਅਰਥ ਹੁੰਦਾ ਹੈ ਆਰਾ। ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬੇਨਤੀ ਮੇਰੀ। ਕਹਿੰਦੇ ਮੈਨੂੰ ਆਰਾ ਚੰਗਾ ਲੱਗਦਾ ਹੈ, ਤੂੰ ਪਿੱਠ ਕਰ ਲਵੇਂ ਪਰਮਾਤਮਾ, ਇਹ ਗੱਲ ਮੈਨੂੰ ਚੰਗੀ ਨਹੀਂ ਲੱਗਦੀ। ਹੁਣ ਸਾਨੂੰ ਇਹਦੇ ਵਿੱਚੋਂ ਕੀ ਮਿਲਿਆ? ਕੁਛ ਵੀ ਨਹੀਂ। ਸ਼ਬਦ ਪੜ੍ਹਿਆ, ਲੰਘਿਆ, ਚੁੱਪ ਕਰਕੇ ਅਸਾਂ ਸੁਣ ਲਿਆ। ਪਰ ਇਹੀ ਗੱਲ ਕਬੀਰ ਸਾਹਿਬ ਜੀ ਨੂੰ ਪੁੱਛੀ ਜਾਵੇ ਤੇ ਉਹ ਕਹਿਣਗੇ ਵੀ ਇਹਦੇ ਵਿਚਲਾ ਮੈਂ ਦੁੱਖ ਬਿਆਨ ਕੀਤਾ ਵੀ ਜੇ ਪਰਮਾਤਮਾ ਨੇ ਮੇਰੇ ਵੱਲ ਕਰਵਟ ਕਰ ਲਈ, ਪਾਸਾ ਵੱਟ ਲਿਆ, ਤੇ ਮੈਨੂੰ ਉਹਦੇ ਵਿਚਲੀ ਤਕਲੀਫ ਜਿਹੜੀ ਹੋਏਗੀ ਉਹ ਮੈਂ ਸਹਾਰ ਨਹੀਂ ਸਕਦਾ। ਉਹਦੇ ਵਿਚਲੀ ਮੇਰੀ ਜਿਹੜੀ ਤਕਲੀਫ ਹੋਏਗੀ, ਜਿਹੜੇ ਦੁੱਖ ਹੋਣਗੇ, ਮੈਂ ਸਹਾਰ ਨਹੀਂ ਸਕਦਾ। ਮੈਂ ਆਰੇ ਨਾਲ ਚੀਰਿਆ ਜਾਵਾਂ ਮੈਨੂੰ ਮਨਜ਼ੂਰ ਹੈ, ਪਰ ਪਰਮਾਤਮਾ ਮੈਨੂੰ ਪਿੱਠ ਕਰ ਦੇਵੇ ਇਹ ਮੈਨੂੰ ਮਨਜ਼ੂਰ ਨਹੀਂ ਹੈਗਾ। ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬੇਨਤੀ ਮੇਰੀ। ਹਉ ਵਾਰੀ ਮੁਖ ਫੇਰ ਪਿਆਰੇ, ਹੇ ਮੇਰੇ ਪਿਆਰੇ ਮਿੱਤਰ ਪਰਮ ਆਨੰਦ। ਅਕਾਲ ਪੁਰਖ ਪਰਮਾਤਮਾ ਕਰਵਟ ਦੇ ਮੋਕੋ ਕਾਹੇ ਕੋ ਮਾਰੇ, ਕਿਉਂ ਪਿੱਠ ਦੇ ਕੇ ਮੈਨੂੰ ਮਾਰਦਾ ਪਿਆ ਹੈ, ਕਿਉਂ ਮੈਨੂੰ ਪਿੱਠ ਦੇ ਕੇ ਮਾਰਦਾ ਪਿਆ ਹੈ। ਹਮ ਤੁਮ ਬੀਚ ਭਇਓ ਨਹੀਂ ਕੋਈ। ਕਹਿੰਦੇ ਵਾਹਿਗੁਰੂ ਜੀ ਤੇਰੇ ਤੇ ਮੇਰੇ ਵਿੱਚ ਕੋਈ ਹੈ ਨਹੀਂ। ਤੁਮੇ ਸੁਕੰਤ ਨਾਰ ਹਮ ਸੋਈ, ਤੂੰ ਮੇਰਾ ਕੰਤ ਪਰਮਾਤਮਾ ਤੇ ਮੈਂ ਤੇਰੀ ਇਸਤਰੀ ਹਾਂ। ਇਸ ਕਰਕੇ ਮੈਂ ਤੇਰੇ ਉੱਪਰ ਵਿਸ਼ਵਾਸ ਕੀਤਾ, ਭਰੋਸਾ ਕੀਤਾ, ਤੇ ਮੈਨੂੰ ਡਰ ਲੱਗਦਾ ਵੀ ਹੁਣ ਕਿਧਰੇ ਟੁੱਟ ਨਾ ਜਾਵੇ, ਕਿਧਰੇ ਮੇਰੇ ਤੋਂ ਇਹ ਵਿਸ਼ਵਾਸ ਭਰੋਸਾ ਟੁੱਟ ਨਾ ਜਾਵੇ। ਕਹਿੰਦੇ ਕੋਈ ਮਨੁੱਖ, ਉਹਨੇ ਦੁੱਖ ਨੂੰ ਪੁੱਛਿਆ ਵੀ ਤੂੰ ਆਇਆ ਹੀ ਕਿਉਂ? ਉਹਨੇ ਦੁੱਖ ਨੂੰ ਨਾ ਪੁੱਛਿਆ, ਕਹਿੰਦਾ ਵੀ ਤੂੰ ਆਇਆ ਹੀ ਕਿਉਂ? ਉਹ ਕਹਿੰਦਾ ਜਾ ਕੇ ਸੁੱਖ ਨੂੰ ਪੁੱਛ ਲੈ। ਸੁੱਖ ਨੂੰ ਜਾ ਕੇ ਪੁੱਛਿਆ ਤੇ ਉਹ ਕਹਿੰਦਾ ਵੀ ਮੈਂ ਉਹਦੇ ਕਰਕੇ ਆਇਆ, ਦੁੱਖ ਕਰਕੇ ਆਇਆ। ਫਿਰ ਕਹਿੰਦਾ ਜਾ ਕੇ ਹੁਣ ਦੁੱਖ ਨੂੰ ਪੁੱਛ ਲੈ। ਦੁੱਖ ਨੂੰ ਜਾ ਕੇ ਪੁੱਛਿਆ ਵੀ ਕਹਿੰਦਾ ਵੀ ਤੇਰੀ ਹੋਂਦ ਜਿਹੜੀ ਹੈ ਉਹ ਕਿਉਂ ਬਣੀ? ਭਾਵ ਕਿ ਤੂੰ ਆਇਆ ਕਿਉਂ? ਤੂੰ ਚੁੱਪ ਹੀ ਕਿਉਂ ਨਹੀਂ ਰਹਿ ਗਿਆ? ਤੂੰ ਬਣਿਆ ਹੀ ਕਿਉਂ? ਤੇਰੀ ਅਨਹੋਂਦ ਹੀ ਨਾ ਹੁੰਦੀ, ਪੈਦਾ ਹੀ ਨਾ ਹੁੰਦਾ ਤੂੰ। ਦੁੱਖ ਕਹਿੰਦਾ ਫਿਰ ਕੁਛ ਵੀ ਨਹੀਂ ਹੋਣਾ ਸੀ। ਜੇ ਮੇਰੀ ਹੋਂਦ ਨਾ ਹੁੰਦੀ, ਦੁੱਖ ਨਾ ਹੁੰਦਾ, ਦੁੱਖ ਦੀ ਹੋਂਦ ਨਾ ਹੁੰਦੀ, ਤੇ ਫਿਰ ਕੁਛ ਵੀ ਨਹੀਂ ਹੋਣਾ ਸੀ। ਸਭ ਕੁਛ ਖਾਲੀ ਰਹਿ ਜਾਣਾ ਸੀ, ਕੁਛ ਵੀ ਨਹੀਂ ਹੋਣਾ ਸੀ ਫਿਰ। ਕਹਿੰਦੇ ਕਿਉਂ? ਕਹਿੰਦੇ ਇਹੀ ਕਾਰਨ ਹੈ ਕਿ ਜੇ ਮੈਂ ਹਾਂ ਤੇ ਸੁੱਖ ਹੈ, ਇਹ ਦੋਵਾਂ ਕਰਕੇ ਸੰਸਾਰ ਚੱਲਦਾ ਪਿਆ ਹੈ। ਜੇ ਦੁੱਖ ਆਏਗਾ ਤਾਂ ਹੀ ਤਾਂ ਸਾਨੂੰ ਸੁੱਖ ਦੇ ਬਾਰੇ ਪਤਾ ਲੱਗੇਗਾ ਨਾ ਵੀ ਅਸੀਂ ਉਹਨੂੰ ਸੁੱਖ ਪ੍ਰਾਪਤ ਕਰਨਾ ਹੈ, ਅਸੀਂ ਹੁਣ ਸੁੱਖ ਲੱਭਣਾ ਹੈ। ਸੋ ਜੇ ਪਰਮਾਤਮਾ ਸਾਡੇ ਵਿੱਚ ਆਮ ਹੀ ਵਿਚਰਦਾ ਫਿਰੇ, ਇਕੱਲੇ ਇਕੱਲੇ ਬੰਦੇ ਦੇ ਨਾਲ ਹੈ ਤਾਂ ਸਾਰਿਆਂ ਦੇ ਵਿੱਚ ਹੈ, ਪਰ ਐਵੇਂ ਆਣ ਕੇ ਸਾਡੀਆਂ ਮਿੰਨਤਾਂ ਕਰੀ ਜਾਵੇ ਮੈਨੂੰ ਹਿਰਦੇ 'ਚ ਬਿਠਾ ਲਓ, ਇਹ ਹਿਰਦੇ 'ਚ ਬਿਠਾ ਲਓ, ਕੀ ਕਰਾਂਗੇ ਅਸੀਂ? ਕਦੀ ਨਹੀਂ ਉਹਨੂੰ ਨਾਲ ਰੱਖਾਂਗੇ। ਅਸੀਂ ਤਾਂ ਇੱਥੋਂ ਤੱਕ ਕਹਿ ਦਿੰਦੇ ਹਾਂ, ਸਾਡੇ ਭੈਣ ਭਰਾ ਘਰ ਦੇ ਵਿੱਚ ਆਵੇ, ਅਸੀਂ ਉਹਨੂੰ ਕਹਿ ਦਿੰਦੇ ਵੀ ਕਮਰੇ ਸਾਡੇ ਕੋਲ 2 ਹੀ ਹੈ ਭਰਾਵਾ, ਕਿਤੇ ਹੋਟਲ ਬੁੱਕ ਕਰਕੇ ਰਹਿ ਲਈ, ਸਾਡੇ ਕੋਲ ਤੈਨੂੰ ਰੱਖਣ ਨੂੰ ਜਗ੍ਹਾ ਨਹੀਂ ਹੈਗੀ। ਪਰ ਅਸਾਂ ਇਹ ਨਹੀਂ ਕਦੀ ਆਖਿਆ ਵੀ ਕੋਈ ਗੱਲ ਨਹੀਂ ਤੂੰ ਬੈੱਡ 'ਤੇ ਸੋ ਜੀ, ਅਸੀਂ ਫਰਸ਼ 'ਤੇ ਲੰਮੇ ਪੈ ਜਾਵਾਂਗੇ, ਜ਼ਮੀਨ 'ਤੇ ਲੰਮੇ ਪੈ ਜਾਵਾਂਗੇ, ਪਰ ਤੂੰ ਆ ਸਹੀ ਸਾਡੇ ਘਰ ਦੇ ਵਿੱਚ। ਇਹੀ ਹਾਲਤ ਅਸੀਂ ਪਰਮਾਤਮਾ ਦੀ ਕਰਨੀ ਸੀ, ਜੋ ਸਾਨੂੰ ਕਹਿੰਦਾ ਫਿਰਦਾ ਉਹ ਪਰਮ ਆਨੰਦ ਹੈ। ਮੈਂ ਬੜਾ ਸੁੱਖ ਲੈ ਕੇ ਆਉਣਾ, ਤੂੰ ਮੈਨੂੰ ਆਪਣੇ ਹਿਰਦੇ 'ਚ ਵਸਾ ਲਾ। ਸਾਡੇ ਮਗਰ ਮਗਰ ਤੁਰਿਆ ਫਿਰਦਾ। ਕਿ ਅਸੀਂ ਪਰਮਾਤਮਾ ਦੀ ਕੀਮਤ ਨੂੰ ਜਾਣ ਪਾਉਂਦੇ? ਕਦੀ ਨਹੀਂ ਜਾਣ ਪਾਉਣਾ ਸੀ। ਇਸ ਕਰਕੇ ਸੰਸਾਰ ਜਿਹੜਾ ਹੈ, ਸੰਸਾਰ ਇੱਕ ਡਾਢਾ ਦੁਖੀ ਕਰਦਾ ਹੈ ਸਾਨੂੰ। ਸੰਸਾਰ ਦੁਖੀ ਕਿਉਂ ਕਰਦਾ ਹੈ? ਇਹ ਦੁੱਖ ਕਿੱਥੋਂ ਨਿਕਲਦੇ ਨੇ? ਇਹ ਦੁੱਖ ਈਰਖਾ ਦੇ ਵਿੱਚੋਂ ਨਿਕਲਦੇ ਨੇ।
ਇਹ ਜ਼ਰੂਰੀ ਨਹੀਂ ਵੀ ਜਿਹੜਾ ਦੂਜਾ ਬੰਦਾ ਹੀ ਈਰਖਾ ਕਰਦਾ ਹੋਏਗਾ। ਕਈ ਵਾਰੀ ਸਾਨੂੰ ਲੱਗਦਾ ਵੀ ਜਦੋਂ ਅਸੀਂ ਕਥਾ ਸੁਣਦੇ ਹਾਂ, ਇਉਂ ਲੱਗਦਾ ਵੀ ਦੂਜਾ ਬੰਦਾ ਮੇਰੇ ਨਾਲ ਈਰਖਾ ਕਰਦਾ ਹੈ। ਦੂਜੇ ਨੂੰ ਸੋਚਣ ਤੋਂ ਪਹਿਲਾਂ ਇੱਕ ਵਾਰੀ ਆਪਣੇ ਆਪ ਤੇ ਟਿਕਾ ਕੇ ਵੇਖ ਲਿਓ ਵੀ ਮੈਂ ਕਿਹਦੇ ਨਾਲ ਈਰਖਾ ਕਰਦਾ ਹੈ। ਫਿਰ ਸਾਨੂੰ ਪਤਾ ਲੱਗੇਗਾ ਵੀ ਅਸਲ ਦੇ ਵਿੱਚ ਕਮਲੇ ਲੋਕ ਨਹੀਂ, ਕਮਲਾ ਮੈਂ ਹਾਂ। ਕਿਉਂਕਿ ਮੈਂ ਈਰਖਾ ਦਾ ਲੰਗਰ ਲਾਇਆ, ਤੇ ਈਰਖਾ ਦੇ ਲੰਗਰ ਲਾਉਣ ਤੋਂ ਬਾਅਦ ਫਿਰ ਲੋਕਾਂ ਨੇ ਵੀ ਲੰਗਰ ਲਾ ਲਿਆ। ਜਦੋਂ ਮੈਂ ਪਿਆਰ ਦਾ ਲੰਗਰ ਵੰਡਾਂਗਾ, ਲੋਕੀ ਵੀ ਪਿਆਰ ਦਾ ਲੰਗਰ ਵੰਡਣਗੇ, ਲੋਕੀ ਵੀ ਪਿਆਰ ਕਰਨਗੇ। ਜਿੰਨੀ ਈਰਖਾ ਦਵੈਸ਼ ਭਾਵਨਾ ਮੈਂ ਸਾਡਾ ਕਿਸੇ ਵਾਸਤੇ ਰੱਖਦਾ, ਉਹਨਾਂ ਹੀ ਲੋਕਾਂ ਨੂੰ ਹੈ। ਜਿਵੇਂ ਦਾ ਮੈਂ ਤਿਵੇਂ ਦੇ ਲੋਕ, ਜਿਵੇਂ ਦਾ ਮੈਂ ਹਾਂ ਉਵੇਂ ਦੇ ਲੋਕ ਹੋ ਜਾਣਗੇ। ਇਸ ਕਰਕੇ ਜਦੋਂ ਵੀ ਅਸੀਂ ਸੰਸਾਰ ਦੇ ਵਿੱਚ ਵਿਚਰਦੇ ਹਾਂ, ਸਭ ਤੋਂ ਪਹਿਲੀ ਗੱਲ ਸਾਨੂੰ ਸੰਸਾਰ ਦੇ ਵਿੱਚ ਰਹਿਣ ਦਾ ਢੰਗ ਆਵੇ। ਜੇ ਅਸੀਂ ਸੰਸਾਰ ਦੇ ਲੋਕਾਂ ਨੂੰ ਇਹ ਕਵਾਂਗੇ ਨਾ ਵੀ ਦੁਨੀਆ ਬਹੁਤ ਚੰਗੀ ਹੈ, ਤੇ ਲੋਕੀ ਵੀ ਕਹਿਣਗੇ ਤੂੰ ਵੀ ਚੰਗਾ ਹੈ। ਤੇ ਜੇ ਅਸੀਂ ਕਵਾਂਗੇ ਸੰਸਾਰ ਮਾੜਾ ਹੈ, ਬਹੁਤ ਮਾੜਾ ਹੈ, ਸੰਸਾਰ ਦੇ ਵਿੱਚ ਰਹਿਣ ਨੂੰ ਜੀ ਨਹੀਂ ਕਰਦਾ, ਦੁਨੀਆ ਬੜੀ ਚੰਦਰੀ ਹੈ, ਦੁਨੀਆ ਬੜੀ ਘਿਨਾਉਣੀ ਹੈ, ਘਿਨਾਉਣੀ ਬਣਾਈ ਕਿਹਨੇ ਹੈ? ਆਪੇ ਹੀ ਤੇ ਬਣਾਈ ਹੈ। ਜੇ ਤੂੰ ਚੰਗਾ ਹੁੰਦਾ ਤੇ ਦੁਨੀਆ ਨੂੰ ਚੰਗਾ ਬਣ ਕੇ ਵਿਖਾਉਂਦਾ, ਤੇ ਤੇਰੇ ਵੱਲ ਚੰਗੇ ਬਣਨ ਦੇ ਕਰਕੇ ਤੇਰੇ ਵੱਲ ਲੋਕ ਆਕਰਸ਼ਿਤ ਹੁੰਦੇ, ਖਿੱਚੇ ਜਾਂਦੇ। ਹੁਣ ਚੰਗੇ ਬਣਨ ਲਈ ਕਰਨਾ ਕੀ ਪੈਂਦਾ? ਕੁਛ ਵੀ ਨਹੀਂ ਕਰਨਾ ਪੈਂਦਾ, ਸਿਰਫ ਦਿਮਾਗ ਦੇ ਵਿੱਚ ਚੇਤਨਾ ਲੈ ਕੇ ਆਉਣੀ ਪੈਂਦੀ ਹੈ। ਤੁਹਾਨੂੰ ਇੱਕ ਛੋਟੀ ਜਿਹੀ ਸਵਾਖੀ ਸੁਣਾਉਣਾ ਹੈ। ਗੱਲ ਕੋਈ ਵੀ ਨਹੀਂ ਹੈ, ਵੇਖਣ ਨੂੰ ਲੱਗਦਾ ਵੀ ਇਹਦੇ ਵਿੱਚ ਕਿਹੜੀ ਵੱਡੀ ਗੱਲ ਹੈ, ਪਰ ਹੈ ਬਹੁਤ ਵੱਡੀ ਗੱਲ ਹੈ। ਭਾਈ ਸਾਧੂ ਤੇ ਭਾਈ ਰੂਪਾ ਦੋਵੇਂ ਪਿਓ ਪੁੱਤ ਨੇ, ਜੰਗਲਾਂ ਦੇ ਵਿੱਚ ਲੱਕੜਾਂ ਕੱਟਣ ਵਾਸਤੇ ਗਏ, ਤੇ ਕਹਿੰਦੇ ਕਿਸੇ ਬਰਤਨ ਦੇ ਵਿੱਚ, ਮਸ਼ਕ ਦੇ ਵਿੱਚ ਜਾਂ ਘੜੇ ਦੇ ਵਿੱਚ ਪਾਣੀ ਭਰ ਲਿਆ। ਲੱਕੜਾਂ ਕੱਟਣ ਵਾਸਤੇ ਗਏ, ਤੇ ਜਦੋਂ ਪਾਣੀ ਪੀਣ ਲੱਗੇ ਨਾ, ਪਾਣੀ ਨੂੰ ਜਦੋਂ ਹੱਥ ਲਾਇਆ ਤੇ ਵੇਖਿਆ ਕਿ ਪਾਣੀ ਬਹੁਤ ਜ਼ਿਆਦਾ ਠੰਡਾ ਸੀ, ਬੜਾ ਸਵਾਦਲਾ ਪਾਣੀ ਸੀ, ਠੰਡਾ। ਹੁਣ ਇੱਕੇ ਦਾ ਮਨ ਦੇ ਵਿੱਚ ਗੱਲ ਤਾਂ ਕੋਈ ਵੀ ਨਹੀਂ ਹੈ, ਕੋਈ ਖਾਸ ਵੱਡੀ ਗੱਲ ਨਹੀਂ, ਵੇਖਣ ਨੂੰ ਲੱਗਦੀ ਹੈ ਵੀ ਕੋਈ ਵੱਡੀ ਗੱਲ ਨਹੀਂ ਹੈਗੀ, ਪਰ ਸਤਿਗੁਰੂ ਲਈ ਇਹ ਬਹੁਤ ਵੱਡੀ ਗੱਲ ਸੀਗੀ। ਕਹਿੰਦੇ ਵੀ ਜਦੋਂ ਠੰਡਾ ਪਾਣੀ ਵੇਖਿਆ ਤੇ ਪਾਣੀ ਪੀਤਾ ਨਾ। ਕਹਿਣ ਲੱਗੇ ਇਹ ਪਾਣੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪੀਣ ਦੇ ਲਾਇਕ ਹੈ, ਹੁਣ ਉਹੀ ਆਣ ਕੇ ਪੀਣਗੇ। ਪਹਿਲਾਂ ਗੱਲ ਕੋਈ ਵੀ ਨਹੀਂ ਹੈ, ਪਰ ਸਤਿਗੁਰੂ ਲਈ ਇਹ ਬਹੁਤ ਵੱਡੀ ਗੱਲ ਹੈ। ਆਪਣੀ ਪਿਆਸ ਨੂੰ, ਆਪਣੇ ਅੰਦਰ ਦੇ ਸੋਕੇ ਨੂੰ ਤਿਉਂ ਦਾ ਤਿਉਂ ਰੱਖਿਆ, ਪਰ ਸਤਿਗੁਰੂ ਲਈ ਕਿੱਡੀ ਵੱਡੀ ਸ਼ਰਧਾ ਹੈ। ਹੁਣ ਦੋਵੇਂ ਪਿਓ ਪੁੱਤ ਜੰਗਲ ਦੇ ਵਿੱਚ ਲੱਕੜਾਂ ਕੱਟਦੇ ਪਏ ਨੇ, ਪਿਆਸੇ ਬਹੁਤ ਨੇ, ਪਿਆਸ ਬਹੁਤ ਲੱਗ ਗਈ ਹੈ, ਤੇ ਨਾਲ ਨਾਲ ਅੰਦਰੋਂ ਅੰਦਰ ਹੀ ਚਿਤਵੀ ਵੀ ਜਾਂਦੇ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਆਉਣਗੇ, ਆ ਕੇ ਪਾਣੀ ਪੀਣਗੇ। ਜਿੰਨਾ ਚਿਰ ਉਹ ਆ ਕੇ ਪਾਣੀ ਨਹੀਂ ਪੀਣਗੇ, ਤਦੋਂ ਤੱਕ ਅਸੀਂ ਪਾਣੀ ਨਹੀਂ ਪੀਣਾ, ਮਰ ਜਾਵਾਂਗੇ ਅਸੀਂ, ਪਾਣੀ ਨਹੀਂ ਪੀਣਾ। ਇੱਧਰੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪਤਾ ਲੱਗਾ ਵੀ ਅੰਦਰ ਪ੍ਰੇਮ ਦੀ ਖਿੱਚ ਪਈ। ਜਿਵੇਂ ਆਪਾਂ ਕਹਿੰਦੇ ਹਾਂ ਨਾ, ਗੁਰਬਾਣੀ ਦੇ ਵਿੱਚ ਇੱਕ ਸ਼ਬਦ ਆਉਂਦਾ ਹੈ, ਕਹਿੰਦੇ ਵੀ ਊਡੇ ਊਡ ਆਵੇ ਸੈ ਕੋਸਾਂ ਤਿਸ ਪਾਛੇ ਬਚਰੇ, ਸ਼ਰਿਆ ਤਿਨ ਕਵਣ ਖਲਾਵੇ ਕਵਣ ਚੁਗਾਵੇ, ਮਨ ਮਹਿ ਸਿਮਰਨ ਕਰਿਆ। ਇਸੇ ਨੂੰ ਸਿਮਰਨ ਕਹਿੰਦੇ ਨੇ, ਧਿਆਨ ਲਾ ਲੈਣਾ। ਫਿਰ ਉਹ ਇੱਕ ਦੂਜੇ ਵੱਲ ਪ੍ਰੇਮ ਦੀ ਖਿੱਚ, ਬੱਚਿਆਂ ਨੂੰ ਮਾਂ ਦੀ ਖਿੱਚ ਹੈ, ਤੇ ਮਾਂ ਨੂੰ ਬੱਚਿਆਂ ਦੀ ਖਿੱਚ ਪੈਂਦੀ ਹੈ। ਹੁਣ ਸਤਿਗੁਰੂ ਕੀ ਹੈ? ਸਤਿਗੁਰੂ ਸਾਡਾ ਮਾਤਾ ਪਿਤਾ ਹੈ। ਸਤਿਗੁਰੂ ਸਾਡੇ ਲਈ ਮਾਤਾ ਪਿਤਾ ਹੈ। ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ, ਸਾਡੇ ਲਈ ਸਾਰਾ ਕੁਛ ਹੈ। ਗੁਰੂ ਮੇਰਾ ਪਿਤਾ ਤੇ ਗੁਰੂ ਹੀ ਮੇਰੀ ਮਾਂ ਹੈ। ਫਿਰ ਉਹਦੇ ਅੰਦਰ ਸਾਡੇ ਬੱਚਿਆਂ ਦੀ ਖਿੱਚ ਨਹੀਂ ਪੈਦਾ ਹੋਏਗੀ? ਗੁਰਬਾਣੀ ਕਹਿੰਦੀ ਹੈ ਕੁੰਮੀ ਜਲ ਮੈਂ ਤਨ ਤਿਸ ਬਾਹਰ, ਪੰਖ ਖੀਰ ਤਿਨ ਨਾਹੇ। ਕੱਛੂ ਕੁੰਮੀ ਜਿਹੜੀ ਹੈ, ਉਹਦਾ ਜਿਹੜਾ ਜਦੋਂ ਆਂਡੇ ਦਿੰਦੀ ਗੈਰ, ਉਹ ਬਾਹਰ ਰੇਤਲੇ ਸਥਾਨਾਂ ਦੇ ਵਿੱਚ ਆਪ ਫਿਰ ਜਾ ਕੇ ਪਾਣੀ ਦੇ ਵਿੱਚ ਉਤਰ ਜਾਂਦੀ ਹੈ। ਪਰ ਕਹਿੰਦੇ ਨਾ ਤਾਂ ਉਹਦੇ ਖੰਭ ਨੇ ਵੀ ਪੰਛੀਆਂ ਵਾਂਗੂ ਖੰਭਾਂ ਦੇ ਵਿੱਚ ਲਪੇਟ ਕੇ ਰੱਖ ਲਵੇ, ਤੇ ਨਾ ਹੀ ਉਹਦਾ ਕੋਈ ਦੁੱਧ ਹੈ ਵੀ ਆਪਣੇ ਬੱਚੇ ਨੂੰ ਦੁੱਧ ਪਿਆ ਸਕੇ। ਪੰਖ ਖੀਰ ਤਿਨ ਨਾਹੇ। ਪਰ ਕਹਿੰਦੇ ਨੇ ਉਹ ਕੀ ਕਰਦੀ ਹੈ? ਉਹ ਸਿਮਰਨ ਕਰਦੀ ਹੈ। ਉੱਥੇ ਪਾਣੀ ਦੇ ਵਿੱਚ ਰਹਿੰਦੀ ਹੋਈ ਆਪਣੇ ਬੱਚਿਆਂ ਦਾ ਧਿਆਨ ਲਾ ਲੈਂਦੀ, ਕਿ ਉਹ ਬੱਚੇ ਧਿਆਨ ਦੇ ਰਾਹੀਂ ਉਸ ਰੇਤ ਦੇ ਵਿੱਚ ਪੈਦਾ ਹੋ ਜਾਂਦੇ ਨੇ। ਉੱਥੋਂ ਫਿਰ ਨਿਕਲ ਕੇ ਉਹ ਪਾਣੀ ਦੇ ਵਿੱਚ ਚਲੇ ਜਾਂਦੇ ਨੇ। ਗੱਲ ਛੋਟੀ ਜੀ ਨਹੀਂ ਹੈ, ਗੱਲ ਤਾਂ ਬੜੀ ਵੱਡੀ ਹੈ। ਕਿਉਂਕਿ ਚੇਤੇ ਦੇ ਵਿੱਚ, ਇੱਧਰੋਂ ਮੈਂ ਚੇਤਾ ਰੱਖਾਂਗਾ, ਉੱਧਰੋਂ ਪਰਮਾਤਮਾ ਨੇ, ਤਾਂ ਚੇਤੇ ਦੇ ਵਿੱਚ ਹੈਗਾ ਹੀ ਹੈ ਪਰਮਾਤਮਾ। ਇਸ ਨੂੰ ਕਹਿੰਦੇ ਨੇ ਸਿਮਰਨ। ਕਹਿੰਦੇ ਇਸੇ ਤਰੀਕੇ ਦੇ ਨਾਲ ਭਾਈ ਸਾਧੂ ਤੇ ਰੂਪਾ ਜੀ ਇਵੇਂ ਜੰਗਲ ਦੇ ਵਿੱਚ ਲੱਕੜਾਂ ਕੱਟਦੇ ਰਹੇ। ਇੰਨੇ ਚਿਰ ਨੂੰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਤਿੱਖਰ ਦੁਪਹਿਰੇ, ਬਹੁਤ ਜ਼ਿਆਦਾ ਗਰਮੀ ਪੈ ਰਹੀ ਸੀ, ਘੋੜੇ ਤੇ ਚੜ੍ਹੇ ਤੇ ਇਹਨਾਂ ਦੇ ਕੋਲ ਆਣ ਕੇ ਪਹੁੰਚ ਗਏ। ਕੋਈ ਚਿੱਠੀ ਨਹੀਂ ਭੇਜੀ, ਕੋਈ ਐਡਰੈਸ ਨਹੀਂ ਦਿੱਤਾ, ਕੋਈ ਕਿਸੇ ਵੀ ਪ੍ਰਕਾਰ ਦਾ ਸੁਨੇਹਾ ਨਹੀਂ ਭੇਜਿਆ, ਤੇ ਨਾ ਹੀ ਦੱਸਿਆ ਵੀ ਭਾਈ ਰੂਪਾ ਤੇ ਸਾਧੂ ਇਸ ਜਗ੍ਹਾ ਤੇ ਬੈਠੇ ਨੇ। ਮਹਾਰਾਜ ਘੋੜੇ ਤੇ ਪਹੁੰਚੇ। ਆਣ ਕੇ ਜਦੋਂ ਪਹੁੰਚੇ ਤੇ ਸਭ ਤੋਂ ਪਹਿਲਾਂ ਹੁਣ ਸਤਿਗੁਰੂ ਨੇ ਕੀ ਕੀਤਾ? ਸਭ ਤੋਂ ਪਹਿਲਾਂ ਉਹਨਾਂ ਨੂੰ ਆਣ ਕੇ ਪਾਣੀ ਪਿਆਇਆ। ਫਿਰ
ਪਾਤਸ਼ਾਹ ਜੀ ਪਹੁੰਚੇ ਹਨ ਉਸ ਜਗ੍ਹਾ ਦੇ ਉੱਪਰ। ਉੱਥੇ ਪਹੁੰਚ ਕੇ ਤੇ ਸਭ ਤੋਂ ਪਹਿਲਾਂ ਉਹਨਾਂ ਗੁਰਸਿੱਖਾਂ ਨੂੰ ਪਾਣੀ ਪਿਆਇਆ, ਤੇ ਉਸ ਤੋਂ ਬਾਅਦ ਉਸ ਕਹਿੰਦੇ ਸਤਿਗੁਰੂ ਪਹਿਲਾਂ ਤੁਸੀਂ ਪੀਵੋ। ਤੇ ਸਤਿਗੁਰੂ ਕਹਿੰਦਾ ਵੀ ਇਵੇਂ ਕਿਵੇਂ ਹੋ ਸਕਦਾ, ਤੁਸੀਂ ਮੇਰੇ ਸਾਹਮਣੇ ਪਾਣੀ ਨਾਲ ਤਰਸਦੇ ਪਏ ਹੋ ਤੇ ਮੈਂ ਪਾਣੀ ਕਿਵੇਂ ਪੈ ਲਵਾਂ। ਕਹਿੰਦੇ ਸਤਿਗੁਰੂ ਅਸੀਂ ਸੋਚਿਆ ਹੀ ਇਹ ਸੀਗਾ ਵੀ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਛਕਣਗੇ। ਉਹ ਕਹਿੰਦੇ ਵੀ ਮੈਂ ਵੀ ਘਰੋਂ ਇਹੀ ਸੋਚ ਕੇ ਆਇਆ ਸੀ ਵੀ ਪਹਿਲਾਂ ਤੁਹਾਨੂੰ ਪਾਣੀ ਪਿਉਣਾ ਹੈ। ਇਹਨੂੰ ਕਹਿੰਦੇ ਡਾਢੀ ਪ੍ਰੀਤ। ਤੇ ਸਤਿਗੁਰੂ ਜੀ ਕਹਿੰਦੇ ਹੁਣ ਸਤਿਗੁਰ ਪੁਰਖ ਅਗੰਮ ਹੈ, ਉੱਥੇ ਤੱਕ ਉਹਦੀ ਪਹੁੰਚ ਤੱਕ ਅਸੀਂ ਪਹੁੰਚ ਨਹੀਂ ਸਕਦੇ। ਅਸੀਂ ਇਹ ਨਹੀਂ ਕਹਿ ਸਕਦੇ ਵੀ ਹਾਂ ਮੈਂ ਸਤਿਗੁਰੂ ਦਾ ਅੰਤ ਪਾ ਲਿਆ, ਕਿਉਂਕਿ ਸਤਿਗੁਰੂ ਦੇ ਪ੍ਰੇਮ ਦਾ ਕੋਈ ਅੰਤ ਨਹੀਂ ਪਾ ਸਕਦਾ। ਤੇ ਮਹਾਰਾਜ ਕਹਿੰਦੇ ਨੇ ਹੁਣ ਉਹ ਅਕਾਲ ਪੁਰਖ ਪਰਮਾਤਮਾ ਜਿਸ ਅੰਦਰ ਹਰ ਉਰ ਧਾਰਿਆ, ਜਿਨ੍ਹਾਂ ਨੇ ਹਿਰਦੇ ਦੇ ਵਿੱਚ ਟਿਕਾਲਿਆ। ਤੇ ਸਤਿਗੁਰੂ ਵੀ ਬੜਾ ਪੁਰਖ ਅਗੰਮ ਹੈ, ਕਿਉਂਕਿ ਉਹਨੇ ਅਕਾਲ ਪੁਰਖ ਪਰਮਾਤਮਾ ਨੂੰ ਲੱਭਾ ਹੈ। ਸਤਿਗੁਰੂ ਨੂੰ ਅੱਪੜ ਕੋ ਨਾ ਸਕੀ, ਤੇ ਸਤਿਗੁਰੂ ਤੱਕ ਕੋਈ ਅੱਪੜ ਨਹੀਂ ਸਕਦਾ। ਅੱਪੜਨ ਤੋਂ ਭਾਵ ਹੁੰਦਾ ਹੈ ਕਿ ਸਤਿਗੁਰੂ ਨੂੰ ਕੋਈ ਧੋਖਾ ਨਹੀਂ ਦੇ ਸਕਦਾ, ਸਤਿਗੁਰੂ ਨੂੰ ਕੋਈ ਬੁਰਾ ਉਹਦਾ ਚਿਤਵ ਨਹੀਂ ਸਕਦਾ, ਕਦੀ ਉਹਦਾ ਬੁਰਾ ਨਹੀਂ ਕਰ ਸਕਦੇ ਅਸੀਂ। ਸਤਿਗੁਰੂ ਨੂੰ ਅੱਪੜ ਕੋ ਨਾ ਸਕੀ ਜਿਸ ਵੱਲ ਸਿਰਜਣ ਹਾਰਿਆ, ਕਿਉਂਕਿ ਉਹਦੇ ਵਸ ਦੇ ਵਿੱਚ ਉਹਦੇ ਵੱਲ ਅਕਾਲ ਪੁਰਖ ਪਰਮਾਤਮਾ ਹੈ। ਸਤਿਗੁਰੂ ਕਾ ਖੜਗ ਸੰਜੋ ਹਰ ਹਰ ਭਗਤ ਹੈ। ਕਹਿੰਦੇ ਉਹਨੂੰ ਸਤਿਗੁਰੂ ਦੇ ਉੱਪਰ ਕੋਈ ਕਿਉਂ ਧਾਵਾ ਨਹੀਂ ਕਰ ਸਕਦਾ, ਕਿਉਂ ਉਹਨੂੰ ਡੁਲਾ ਨਹੀਂ ਸਕਦਾ। ਜੇ ਅਸੀਂ ਕਹੀਏ ਵੀ ਜੇ ਇੱਦਾਂ ਦੀ ਗੱਲ ਹੈ ਵੀ ਭਗਤੀ ਦਾ ਸੰਜੋ, ਤੇ ਗੁਰੂ ਅਰਜਨ ਸਾਹਿਬ ਤੱਤੀ ਤਵੀ ਤੇ ਕਿਉਂ ਬੈਠ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪੇਟ ਦੇ ਵਿੱਚ ਖੰਜਰ ਕਿਉਂ ਲੱਗ ਗਿਆ, ਧੋਖੇ ਨਹੀਂ ਮਾਰਿਆ ਗਿਆ ਨਾ। ਉਹ ਇੱਕ ਸੰਸਾਰੀ ਹੈ, ਪਰ ਇਹ ਜਿਹੜੀ ਗੱਲ ਕਹਿ ਰਹੇ ਨਾ ਭਗਤੀ ਦਾ ਸੰਜੋ, ਇਹ ਆਤਮਾ ਦੇ ਉੱਪਰ ਹੈ। ਜਿਹੜਾ ਭਗਤੀ ਦਾ ਸੰਜੋ ਜਿਹਦੀ ਆਤਮਾ ਨੂੰ ਬਣ ਗਿਆ ਨਾ ਭਗਤੀ ਦਾ ਸੰਜੋ। ਆਪਾਂ ਸੰਸਾਰੀ ਜੀਵਾਂ, ਸਾਨੂੰ ਇਉਂ ਲੱਗਦਾ ਹੈ ਵੀ ਅਸੀਂ ਹਰਨਾਕਸ਼ ਵਰਗੀ ਸੋਚ ਰੱਖਦੇ ਹਾਂ ਵੀ ਜਦੋਂ ਭਗਤੀ ਪ੍ਰਾਪਤ ਕਰ ਲਈ ਨਾ, ਉਸ ਤੋਂ ਬਾਅਦ ਬੰਦਾ ਇਹ ਕਹਿ ਸਕਦਾ ਨਾ ਮੈਂ ਦਿਨ ਮਰਾਂ, ਨਾ ਮੈਂ ਰਾਤ ਮਰਾਂ, ਨਾ ਅੰਦਰ ਮਰਾਂ, ਨਾ ਬਾਹਰ ਮਰਾਂ। ਆਪਾਂ ਇਸ ਚੀਜ਼ ਨੂੰ ਸੋਚਦੇ ਹਾਂ ਵੀ ਜਦੋਂ ਭਗਤੀ ਪ੍ਰਾਪਤ ਹੋ ਗਈ ਉਦੋਂ ਫਿਰ ਬੰਦਾ ਮਰਦਾ ਹੀ ਨਹੀਂ ਹੈ, ਪਰ ਇੱਦਾਂ ਨਹੀਂ ਹੋ ਸਕਦਾ। ਉਹਦੀ ਆਤਮਾ ਜਿਹੜੀ ਹੈ, ਉਸ ਆਤਮਾ ਨੂੰ ਕੋਈ ਡੁਲਾ ਨਹੀਂ ਸਕਦਾ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਜਿੱਤੇ ਤੱਤੀ ਤਵੀ ਤੇ ਬਿਠਾਇਆ ਗਿਆ ਸੀ, ਚੰਦੂ ਬਹੁਤ ਘਟੀਆ ਕੰਮ ਕਰਦਾ। ਪਹਿਲਾਂ ਪਿਆਸਿਆ ਰੱਖਿਆ ਗਿਆ, ਫਿਰ ਪਾਣੀ ਤੋਂ ਵਾਂਝਾ ਰੱਖਿਆ ਗਿਆ, ਰੋਟੀ ਵੀ ਨਹੀਂ ਦਿੱਤੀ, ਰੋਟੀ ਨਹੀਂ ਦਿੱਤੀ ਉਹਨੇ, ਕਈ ਦਿਨ ਭੁੱਖਿਆਂ ਰੱਖਿਆ ਗਿਆ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਣ ਕੇ ਬੋਲ ਕਬੋਲ ਬੋਲਦਾ ਸੀਗਾ, ਅੱਖਾਂ ਕੱਢ ਕੇ ਕਹਿੰਦਾ ਸੀ ਸੁਣਾ ਹੁਣ ਤੇਰੀ ਸਿੱਖੀ ਕਿੱਥੇ ਗਈ, ਹੁਣ ਦੱਸ ਤੇਰੀ ਸਿੱਖੀ ਕਿੱਥੇ ਹੈ, ਹੁਣ ਦੱਸ ਤੇਰਾ ਰੱਬ ਕਿੱਥੇ ਹੈ। ਇਹੋ ਜਿਹੀਆਂ ਗੱਲਾਂ ਆਣ ਕੇ ਚੰਦੂ ਕਰਦਾ ਸੀ। ਤੇ ਮਹਾਰਾਜ ਕਹਿੰਦੇ ਤੂੰ ਜਿੰਨਾ ਮਰਜ਼ੀ ਜ਼ੋਰ ਲਾ ਲੈ, ਮੇਰੇ ਸਰੀਰ ਨੂੰ ਤੂੰ ਕਸ਼ਟ ਦੇ ਸਕਦਾ ਹੈ, ਸਰੀਰ ਨੂੰ ਨਸ਼ਟ ਕਰ ਸਕਦਾ ਹੈ, ਪਰ ਮੇਰੀ ਅੰਦਰ ਆਤਮਿਕ ਨੂੰ ਤੂੰ ਨਹੀਂ ਡੁਲਾ ਸਕਦਾ, ਮੇਰੇ ਅੰਦਰ ਆਤਮੇ ਨੂੰ ਤੂੰ ਨਹੀਂ ਡੁਲਾ ਸਕਦਾ। ਉਹੀ ਭਗਤੀ ਦਾ ਸੰਜੋਗ ਸਾਹਿਬਜ਼ਾਦਿਆਂ ਦੇ ਉੱਪਰ ਹੈ। ਉਹ ਕਹਿੰਦੇ ਵੀ ਤੁਹਾਨੂੰ ਮਾਰ ਦਿੱਤਾ ਜਾਏ, ਕਹਿੰਦੇ ਮਾਰ ਦਿਓ, ਤੁਹਾਨੂੰ ਨਸ਼ਟ ਕਰ ਦਿੱਤਾ ਜਾਏ, ਕਹਿੰਦੇ ਕਰ ਦਿਓ, ਕੋਈ ਫਰਕ ਨਹੀਂ ਪੈਂਦਾ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੇ ਵੱਡੇ ਸਾਹਿਬਜ਼ਾਦੇ ਆਪਣੇ ਹੱਥਾਂ ਦੇ ਵਿੱਚ, ਹੱਥਾਂ ਦੇ ਰਾਹੀਂ ਤੋਰਦੇ ਨੇ, ਅੱਖਾਂ ਦੇ ਸਾਹਮਣੇ ਸ਼ਹੀਦ ਹੁੰਦੇ ਵੇਖਦੇ ਨੇ। ਉਹਨਾਂ ਨੂੰ ਇਹ ਨਹੀਂ ਹੈ ਕਿ ਇਹ ਮੇਰਾ ਭਵਿੱਖ ਹੈ, ਉਹਨਾਂ ਨੂੰ ਇਹ ਹੈ ਕਿ ਇਹਨਾਂ ਦੀ ਆਤਮਕ ਤੌਰ ਬਹੁਤ ਬਲਵਾਨ ਹੈ, ਇਹਨਾਂ ਦੀ ਆਤਮਾ ਬੜੀ ਵੱਡੀ ਹੈ। ਜਦੋਂ ਜ਼ਫਰਨਾਮਾ ਲਿਖਿਆ ਗਿਆ ਨਾ, ਉਹਦੇ ਵਿੱਚ ਗੁਰੂ ਸਾਹਿਬ ਜੀ ਨੇ ਕਿਹਾ ਵੀ ਕੀ ਹੋਇਆ, ਤੂੰ ਮੇਰੇ 2 ਪੁੱਤਰ ਜਿਹੜੇ ਨੇ ਉਹ ਸ਼ਹੀਦ ਕਰ ਦਿੱਤੇ, ਮਾਰ ਦਿੱਤੇ, 2 ਪੁੱਤਰ ਜਿਹੜੇ ਨੇ ਉਹ ਤੂੰ ਮੇਰੇ ਮਾਰ ਦਿੱਤੇ। ਭਾਵ ਕਿ 2 ਤਾਂ ਮਹਾਰਾਜ ਨੇ ਆਪ ਭੇਜੇ, ਉਹ ਮਹਾਰਾਜ ਨੇ ਆਪ ਖੁਦ ਚਮਕੌਰ ਦੀ ਗੜੀ ਦੇ ਵਿੱਚ ਭੇਜੇ ਨੇ, ਤੇ 2 ਉਹ ਬੱਚੇ ਜਿਹੜੇ ਜੰਗ ਨਹੀਂ ਲੜ ਸਕਦੇ ਸੀ, ਉਹਨਾਂ ਬੱਚਿਆਂ ਨੂੰ ਮਾਰਿਆ। ਉਹਨਾਂ ਦੀ ਗੱਲ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਲਿਖੀ ਹੈ ਜ਼ਫਰਨਾਮੇ ਦੇ ਵਿੱਚ। ਇਸ ਕਰਕੇ ਸਤਿਗੁਰੂ ਜੀ ਦਾ ਜਿਹੜਾ ਅਕਾਲ ਪੁਰਖ ਪਰਮਾਤਮਾ ਨੂੰ ਜਦੋਂ ਅਸੀਂ ਪੜ੍ਹਦੇ ਹਾਂ, ਵਾਹਿਗੁਰੂ ਦੀ ਬਾਣੀ, ਸਤਿਗੁਰੂ ਦੀ ਬਾਣੀ ਪੜ੍ਹਦੇ ਹਾਂ, ਤਾਂ ਅਸੀਂ ਕੀ ਕਹਿੰਦੇ ਹਾਂ? ਅਸੀਂ ਕਹਿੰਦੇ ਵੀ ਸਤਿਗੁਰੂ ਜਿਹੜਾ ਹੁਣ ਸਾਨੂੰ ਲੱਭ ਜਾਵੇ, ਸਤਿਗੁਰੂ ਸਾਨੂੰ ਪ੍ਰਾਪਤ ਹੋ ਜਾਵੇ, ਫਿਰ ਦੁਨੀਆ ਦੀ ਕੋਈ ਤਾਕਤ ਸਾਨੂੰ ਹਰਾ ਨਹੀਂ ਸਕਦੀ, ਫਿਰ ਮੈਂ ਉਸ ਦਾ ਭਲਾ ਕਰਾਂਗਾ। ਕਿਉਂਕਿ ਇਹੀ ਤਾਂ ਕੁਆਲਿਟੀ ਹੈ। ਜਦੋਂ ਅਸੀਂ ਪਰਮਾਤਮਾ ਨੂੰ ਲੱਭਣ ਜਾਂਦੇ ਹਾਂ, ਪਹਿਲਾਂ ਸਾਨੂੰ ਦਇਆ ਕਰਨੀ ਪੈਂਦੀ ਹੈ, ਧਰਮ ਸੰਤੋਖ ਸਬਰ ਦੇ ਵਿੱਚ ਰਹਿਣਾ ਪੈਂਦਾ, ਦਾਨ ਕਰਨਾ ਪੈਂਦਾ ਹੈ, ਭਲਾ ਕਰਨਾ ਪੈਂਦਾ, ਭਲਾ ਮੰਗਣਾ ਪੈਂਦਾ ਹੈ। ਉਸ ਤੋਂ ਬਾਅਦ ਜਦੋਂ ਪਰਮਾਤਮਾ ਤੱਕ ਅਸੀਂ ਪਹੁੰਚ ਗਏ, ਤੇ ਫਿਰ ਸਾਨੂੰ ਇਹ ਪੜਾਅ ਚੇਤੇ ਆਉਂਦੇ ਨੇ ਵੀ ਇਹਨਾਂ ਪੜਾਹਾਂ ਰਾਹੀਂ, ਇਹਨਾਂ ਰਸਤਿਆਂ ਰਾਹੀਂ ਮੈਂ ਅੱਗੇ ਪਹੁੰਚਿਆ, ਤੇ ਇਹ ਰਸਤੇ ਹੁਣ ਮੈਂ ਛੱਡਣੇ ਨਹੀਂ ਹਨ। ਜੇ ਸਿੱਧਾ ਸਾਨੂੰ ਪਰਮਾਤਮਾ ਲੱਭ ਗਿਆ ਤੇ ਅਸੀਂ ਕਿਸੇ ਤੇ ਦਇਆ ਨਹੀਂ ਕਰਾਂਗੇ, ਸਾਡੇ ਕੋਲ ਤਾਕਤ ਆ ਗਈ। ਜਿਵੇਂ ਗੁਰਬਾਣੀ ਕਹਿੰਦੀ ਹੈ, ਸਿੱਧ ਹੋਵਾਂ ਸਿੱਧ ਲਾਈ ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਬੈਸਾ ਲੋਕ ਰਾਖੈ ਪਾਓ।
ਕਹਿੰਦੇ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਸ਼ਬਦ ਹੈ, ਕਹਿੰਦੇ ਮਹਾਰਾਜ ਮੈਂ ਸਮਾਧੀ ਲਾ ਕੇ ਬੈਠਾ ਵਾਂ ਤਾਂ ਮੈਂ ਬਣ ਜਾਵਾਂ ਸਿੱਧ। ਸਿੱਧ ਤੋਂ ਭਾਵ ਜਿਹਦੇ ਕੋਲ ਸਾਰੀਆਂ ਸ਼ਕਤੀਆਂ ਹੋਣ, ਸਾਰੀਆਂ ਕਰਾਮਾਤਾਂ ਹੋਣ। ਰਿੱਧ ਆਖਾਂ ਆਓ ਰਿੱਧੀਆਂ ਸਿੱਧੀਆਂ ਨੂੰ ਮੈਂ ਲੁੱਟ ਲਵਾਂ। ਗੁਪਤ ਪ੍ਰਗਟ ਹੋਏ ਬੈਸਾ, ਕਦੀ ਮੈਂ ਗੁਪਤ ਹੋ ਜਾਵਾਂ ਕਦੀ ਮੈਂ ਪ੍ਰਗਟ ਹੋ ਜਾਵਾਂ। ਤੇ ਲੋਕੀ ਤਾਂ ਡਰਨਗੇ ਹੀ ਨਾ, ਲੋਕੀ ਡਰ ਜਾਣਗੇ। ਕਦੀ ਮੈਂ ਗੁਪਤ ਹੋ ਜਾਵਾਂ ਕਦੀ ਪ੍ਰਗਟ ਹੋ ਜਾਵਾਂ ਤੇ ਲੋਕਾਂ ਨੇ ਤੇ ਆਖਣਾ ਵੀ ਬੜਾ ਡਾਢਾ ਪੁਰਸ਼ ਲੱਗਦਾ ਹੈ, ਕਿਉਂਕਿ ਅਸੀਂ ਕਰਾਮਾਤੀ ਜੀਵਨ ਵੇਖਦੇ ਹਾਂ। ਅਸੀਂ ਇਹ ਨਹੀਂ ਵੇਖਦੇ ਵੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਤਤੀ ਤਵੀ ਦੇ ਉੱਪਰ ਬੈਠ ਗਏ ਨੇ। ਇਹ ਨਹੀਂ ਵੇਖਦੇ ਵੀ ਮਹਾਰਾਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਤਤੀ ਤਵੀ ਤੇ ਬੈਠ ਗਏ ਨੇ। ਹੱਦ ਹੋ ਗਈ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਆਪਣਾ ਪਰਿਵਾਰ ਹੀ ਇੱਕ ਦੂਜੇ ਦੇ ਉੱਪਰ, ਖਾਲਸੇ ਦੇ ਉੱਪਰ ਵਾਰ ਦਿੱਤਾ। ਇਹ ਕਰਾਮਾਤ ਨਹੀਂ ਹੈ। ਆਪਾਂ ਕਰਾਮਾਤ ਉਸ ਚੀਜ਼ ਨੂੰ ਗਿਣਦੇ ਹਾਂ ਵੀ ਚਿਰਾਗ ਘਸਾਇਆ ਵਿੱਚੋਂ ਅਲਾਦੀਨ ਨਿਕਲਿਆ ਤੇ ਉਹਨੇ ਇੱਕਦਮ ਆਖਿਆ ਬੋਲ ਮੇਰੇ ਹਾਕਾ ਤੈਨੂੰ ਕੀ ਚਾਹੀਦਾ ਹੈ। ਅਸੀਂ ਰੱਬ ਨੂੰ ਇਵੇਂ ਚਾਹੁੰਦੇ ਹਾਂ ਕਿ ਮੈਂ ਜਪਜੀ ਸਾਹਿਬ ਜੀ ਦਾ ਪਾਠ ਕਰਾਂ, ਸਾਹਮਣੇ ਆਣ ਕੇ ਰੱਬ ਆਣ ਕੇ ਖਲੋ ਜਾਵੇ ਤੇ ਮੈਨੂੰ ਆਣ ਕੇ ਪੁੱਛ ਲਵੇ ਪੁੱਤ ਕੀ ਚਾਹੀਦਾ, ਤੇ ਮੈਂ ਉਹਨੂੰ ਕਹਾਂਗੇ ਬਾਬਾ ਜੀ ਆਹ ਸਭ ਕੁਝ ਦੇ ਦਿਓ। ਇਸ ਕਰਕੇ ਆਕਾ ਵਾਲੀ ਗੱਲ ਤਾਂ ਛੱਡ ਹੀ ਦਿਓ ਵੀ ਹੁਕਮ ਮੇਰੇ ਆਕਾ, ਇਹ ਤਾਂ ਹੋ ਹੀ ਨਹੀਂ ਸਕਦਾ। ਹੁਕਮ ਮੇਰੇ ਆਕਾ ਤਾਂ ਨਾ ਕਿਸੇ ਨੇ ਕਹਿਣਾ ਹੈ, ਨਾ ਇਹ ਗੱਲ ਹੋਣੀ ਹੈ, ਤੇ ਨਾ ਹੀ ਅਸੀਂ ਕਦੀ ਇਹੋ ਜਿਹਾ ਸੋਚ ਸਕਾਂਗੇ। ਹੁਕਮ ਮੇਰੇ ਆਕਾ ਨਹੀਂ, ਇੱਥੇ ਹੁਕਮ ਸਾਨੂੰ ਮੰਨਣਾ ਪੈਣਾ ਹੈ। ਅਸੀਂ ਇਹ ਨਹੀਂ ਕਹਿ ਸਕਦੇ ਵੀ ਰੱਬ ਆਣ ਕੇ ਆਖੇਗਾ ਕਿ ਹੁਕਮ ਮੇਰੇ ਆਕਾ। ਅਸੀਂ ਕਵਾਂਗੇ ਰੱਬ ਨੂੰ ਹੁਕਮ ਮੇਰੇ ਆਕਾ ਤੁਸੀਂ ਹੁਕਮ ਕਰੋ। ਗੁਰੂ ਪਿਤਾ ਜੀ ਅਜੀਤ ਸਿੰਘ ਕਹਿੰਦਾ ਗੁਰੂ ਪਿਤਾ ਜੀ ਹੁਕਮ ਕਰੋ ਮੈਂ ਜੰਗ ਵੱਲ ਜਾਵਾਂ। ਸਾਹਿਬਜ਼ਾਦਿਆਂ ਨੂੰ ਕਹਿੰਦਾ ਹੁਕਮ ਕਰੋ। ਇਸ ਕਰਕੇ ਹੁਕਮ ਅਸੀਂ ਮੰਨਣਾ ਹੈ। ਰੱਬ ਜੀ ਨੂੰ ਆਖਣਾ ਮਹਾਰਾਜ ਤੁਸੀਂ ਕਿਰਪਾ ਕਰੋ ਹੁਣ ਸਾਡੇ ਦੇ ਉੱਪਰ। ਰੱਬ ਨੇ ਨਹੀਂ ਆਖਣਾ ਵੀ ਹੁਕਮ ਮੇਰੇ ਆਕਾ, ਉਹਨੇ ਕੁਛ ਨਹੀਂ ਕਹਿਣਾ। ਉਹਨੇ ਤਾਂ ਸਿਰਫ ਇਹੀ ਕਹਿਣਾ ਵੀ ਤੇਰਾ ਸਰਬੱਤ ਦਾ ਭਲਾ ਮੰਗਦਿਆਂ ਜੀਵਨ ਬਤੀਤ ਹੋਇਆ ਹੈ, ਆ ਤੈਨੂੰ ਪਰਮ ਆਨੰਦ ਦੇ ਦਈਏ, ਆ ਤੈਨੂੰ ਸੁੱਖ ਦੇ ਦਈਏ। ਪਰ ਇਹ ਗੱਲ ਜਿਹੜੀ ਕਰਾਮਾਤਾਂ ਵਾਲੀ ਆਪਾਂ ਭਾਲਦੇ ਆ ਨਾ ਵੀ ਚਿਰਾਗ ਵਾਲੀ, ਇਹ ਨਹੀਂ ਨਿਕਲੇਗੀ। ਇਹ ਸਿਰਫ ਕਹਾਣੀਆਂ ਹੈ ਤੇ ਕਹਾਣੀਆਂ ਸਿਰਫ ਕਹਾਣੀਆਂ ਦੇ ਵਿੱਚ ਰਹਿੰਦੀਆਂ ਹੁੰਦੀਆਂ, ਹਕੀਕਤ ਦੇ ਵਿੱਚ ਨਹੀਂ ਹੁੰਦੀਆਂ। ਹਕੀਕਤ ਦੇ ਵਿੱਚ ਨਹੀਂ, ਪਰ ਇੱਥੇ ਹਕੀਕਤ ਹੈ। ਜੰਗ ਵੱਲ ਤੋਰਿਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪੁੱਤਰਾਂ ਨੂੰ, ਇਹ ਹਕੀਕਤ ਹੈ। ਤਤੀ ਤਵੀ ਤੇ ਬੈਠੇ ਗੁਰੂ ਅਰਜਨ ਸਾਹਿਬ ਜੀ, ਇਹ ਹਕੀਕਤ ਹੈ। ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਜੀ ਦੀਆਂ ਅੱਖਾਂ ਕੱਢ ਦਿੱਤੀਆਂ ਤੇ ਉਹਨਾਂ ਨੇ ਸੀ ਨਹੀਂ ਕੀਤੀ। ਜੰਬੂਰਾਂ ਦੇ ਨਾਲ ਮਾਸ ਨੋਚਿਆ ਗਿਆ, ਉਹਨਾਂ ਨੇ ਸੀ ਨਹੀਂ ਕੀਤੀ। ਪੁੱਤਰ ਦਾ ਕਾਲਜਾ ਕੱਢ ਕੇ ਮੂੰਹ ਦੇ ਵਿੱਚ ਪਾਇਆ ਗਿਆ, ਉਹਨਾਂ ਨੇ ਸੀ ਨਹੀਂ ਕੀਤੀ। ਇਹ ਹਕੀਕਤ ਹੈ। ਇਸ ਤੋਂ ਵੱਡੀ ਕਰਾਮਾਤ ਅਸੀਂ ਕਿਹੜੀ ਭਾਲਦੇ ਹਾਂ ਵੀ ਅਸੀਂ ਆਪਣੇ ਸਰੀਰ ਦੀ ਪਰਵਾਹ ਨਾ ਕਰਦੇ ਹੋਏ ਵੀ ਆਪਣੇ ਆਪ ਪਰਮਾਤਮਾ ਤੋਂ ਕੁਰਬਾਨ ਹੋ ਜਾਈਏ। ਇਹਨੂੰ ਅਸੀਂ ਗਿਣਦੇ ਹਾਂ ਕਰਾਮਾਤ। ਜਿਹੜੀ ਸੰਸਾਰ ਦੀ ਕਰਾਮਾਤ ਹੈ ਉਹ ਇਸ ਤਰੀਕੇ ਦੀ ਨਾਲ ਹੈ, ਇਸ ਤਰੀਕੇ ਦੀ ਹੈ ਕਿ ਜਦੋਂ ਪਰਮਾਤਮਾ ਲੱਭ ਗਿਆ ਫਿਰ ਦੁਨੀਆ ਦਾ ਸੁੱਖ, ਦੁਨੀਆ ਦੇ ਦੁੱਖ, ਦੁਨੀਆ ਦੀ ਹਰ ਚੀਜ਼ ਮੇਰੇ ਕੋਲ ਹੋਏਗੀ, ਮੈਂ ਤਾਂ ਫਿਰ ਪਰਮ ਆਨੰਦ ਦੇ ਵਿੱਚ ਹੋਵਾਂਗਾ। ਪਰ ਗੁਰਬਾਣੀ ਕਹਿੰਦੀ ਜਦੋਂ ਪਰਮਾਤਮਾ ਪ੍ਰਾਪਤ ਹੋ ਗਿਆ ਨਾ ਫਿਰ ਦੁਨੀਆ ਦੇ ਦੁੱਖ ਤੈਨੂੰ ਡੁਲਾ ਨਹੀਂ ਸਕਣਗੇ। ਇਉਂ ਲੱਗੇਗਾ ਕਿ ਪਰਮਾਤਮਾ ਹੀ ਸਭ ਕੁਛ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ ਹੁਣ ਸਤਿਗੁਰੂ ਦਾ ਜਿਹੜਾ ਖੜਗ ਹੈ ਨਾ, ਖੜਗ ਤੋਂ ਭਾਵ ਹੁੰਦਾ ਹੈ ਖੰਜਰ ਤਲਵਾਰ ਤੇ ਸੰਜੋ ਢੱਕਣ ਵਾਲਾ, ਜਿਹਨੂੰ ਆਪਾਂ ਸੰਜੋ ਢੱਕਦੇ ਹਾਂ, ਜਿਹਦੇ ਨਾਲ ਸਰੀਰ ਨੂੰ, ਜਿਹੜੇ ਜੰਗ ਵਿੱਚ ਲੜਨ ਜਾਂਦੇ ਨੇ ਪੂਰੇ ਸਰੀਰ ਦੇ ਉੱਪਰ ਲੋਹੇ ਨੂੰ ਲਾ ਲੈਂਦੇ ਨੇ, ਉਹਨੂੰ ਕਹਿੰਦੇ ਨੇ, ਕਿਹਾ ਜਾਂਦਾ ਹੈ ਸੰਜੋ। ਤੇ ਭਗਤਾਂ ਦਾ ਸੰਜੋ ਕੀ ਹੈ? ਉਹ ਕਹਿੰਦੇ ਨੇ ਹਰ ਭਗਤ ਪਰਮਾਤਮਾ ਦੀ ਭਗਤੀ, ਉਹਨਾਂ ਦੀ ਆਤਮਾ ਨੂੰ ਅਕਾਲ ਪੁਰਖ ਪਰਮਾਤਮਾ ਜੀ ਦੀ ਭਗਤੀ ਦਾ ਸੰਜੋ ਜਿਹੜਾ ਨਾ ਉਹ ਲੱਗਿਆ ਹੋਇਆ। ਇਸ ਕਰਕੇ ਉਹਨਾਂ ਦੀ ਆਤਮਾ ਨੂੰ ਨਹੀਂ ਡੁਲਾਇਆ ਜਾ ਸਕਦਾ। ਉਹਨਾਂ ਦੇ ਸਰੀਰ ਨੂੰ ਚੀਰਿਆ ਜਾ ਸਕਦਾ ਹੈ, ਸਰੀਰ ਨੂੰ ਕੱਟਿਆ ਜਾ ਸਕਦਾ ਹੈ, ਸਰੀਰ ਨੂੰ ਨਸ਼ਟ ਕੀਤਾ ਜਾ ਸਕਦਾ ਹੈ, ਪਰ ਉਹਨਾਂ ਦੀ ਸੋਚ ਨੂੰ, ਉਹਨਾਂ ਦੀ ਆਤਮਕ ਨੂੰ, ਉਹਨਾਂ ਦੇ ਅੰਦਰ ਦੀ ਗੁਰਮਤ ਨੂੰ, ਉਹਨੂੰ ਨਹੀਂ ਆਪਾਂ ਡੁਲਾ ਸਕਦੇ। ਉਹ ਭਗਤੀ ਪਰਮਾਤਮਾ ਦੀ ਜਿਹੜੀ ਹੈ ਉਹ ਸਾਡੇ ਆਤਮਾ ਦੇ ਉੱਪਰ ਸੰਜੋਗ ਬਣ ਜਾਂਦੀ ਹੈ। ਸਤਿਗੁਰੂ ਜੀ ਕਹਿੰਦੇ ਨੇ ਜਿਤ ਕਾਲ ਕੰਟਕ ਮਾਰ ਵਿਡਾਰਿਆ, ਜਿਨ੍ਹਾਂ ਨੇ ਕਾਲ ਨੂੰ ਵੀ ਮਾਰ ਕੇ ਵਿਡਾਰ ਦਿੱਤਾ। ਹੁਣ ਕਾਲ ਤੋਂ ਭਾਵ ਕੀ ਹੁੰਦਾ? ਇਸ ਸਮਾਂ ਕਦੀ ਕਿਸੇ ਨੇ ਮੌਤ ਨੂੰ ਮਾਰਿਆ, ਮੌਤ ਨੂੰ ਸਾਨੂੰ ਮਾਰਦੀ ਹੈ, ਆਪਾਂ ਮੌਤ ਨੂੰ ਨਹੀਂ ਮਾਰ ਸਕਦੇ, ਮੌਤ ਸਗੋਂ ਸਾਨੂੰ ਮਾਰਦੀ ਹੈ। ਪਰ ਇਹ ਵੀ ਤਾਂ ਗੱਲ ਹੈਗੀ ਹੈ ਨਾ, ਜਦੋਂ ਜੰਗ ਦੇ ਵਿੱਚ ਜਾਣਾ ਹੋਵੇ ਉਦੋਂ ਮੌਤ ਨੂੰ ਮਾਰ ਕੇ ਹੀ ਜਾਣਾ ਪੈਂਦਾ ਹੈ। ਮੌਤ ਨੂੰ ਮਾਰਨ ਤੋਂ ਭਾਵ ਕੀ ਹੈ? ਹੁਣ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਜਦੋਂ ਜੰਗ ਵਿੱਚ ਗਏ ਹੋਣਗੇ ਤੇ ਇਹ ਗੱਲ ਗੁਰੂ ਸਾਹਿਬ ਜੀ ਨੂੰ ਵੀ ਪਤਾ ਹੈ, ਸਿੱਖਾਂ ਨੂੰ ਵੀ ਪਤਾ ਹੈ, ਤੇ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਵੀ ਪਤਾ ਵੀ ਇੱਥੇ ਮੈਂ ਬਚ ਕੇ ਵਾਪਸ ਨਹੀਂ ਆਉਣਾ। ਪਰ ਉਹਨਾਂ ਨੇ ਮੌਤ ਨੂੰ ਹਰਾ ਦਿੱਤਾ, ਆਪਣੇ ਆਪ ਨੂੰ ਜਿੱਤ ਲੈਣਾ, ਮੌਤ ਨੂੰ ਹਰਾ ਦੇਣਾ, ਮੌਤ ਨੂੰ ਮਾਰ ਦੇਣਾ ਹੈ, ਮੌਤ ਨੂੰ ਖਤਮ ਕਰ ਦੇਣਾ ਹੈ। ਪਰ ਕਹਿੰਦੇ ਨੇ ਸਤਿਗੁਰੂ ਦੇ ਕੋਲ ਭਗਤੀ ਦਾ ਸੰਜੋਗ ਸੀ, ਜਿਨ੍ਹਾਂ ਨੇ ਕਾਲ ਕੰਟਕ ਨੂੰ ਵੀ ਮਾਰ ਦਿੱਤਾ, ਮੌਤ ਨੂੰ ਵੀ ਹਰਾ ਦਿੱਤਾ, ਮੌਤ ਨੂੰ ਵੀ ਮਾਰ ਦਿੱਤਾ। ਮੌਤ ਉਹਨਾਂ ਨੂੰ ਜਿੱਤ ਨਹੀਂ ਸਕਦੀ। ਸਰੀਰ ਮੌਤ ਆ ਜਾਵੇਗੀ, ਸਰੀਰਕ ਤੌਰ 'ਤੇ ਮੌਤ ਤਾਂ ਆਉਣੀ ਆਉਣੀ ਹੈ,
ਪਰ ਕਦੀ ਉਹ ਐਵੇਂ ਨਹੀਂ ਆਖਣਗੇ ਗੰਗੂ ਬ੍ਰਾਹਮਣ ਵਾਂਗੂ ਕਿ ਕੁਝ ਕੁ ਲਾਲਚ ਵਾਸਤੇ ਆਖਣਗੇ ਕਿ ਨਹੀਂ ਹੁਣ ਮੈਂ ਆਪਣੇ ਆਤਮਾ ਨੂੰ ਡਲਾ ਦੇਵਾਂ। ਤੇ ਸਤਿਗੁਰੂ ਜੀ ਕਹਿੰਦੇ ਨੇ ਸਤਿਗੁਰੂ ਕਾ ਰੱਖਣ ਹਾਰਾ ਹਰ ਆਪ ਹੈ। ਸਤਿਗੁਰੂ ਦਾ ਰੱਖਣ ਹਾਰਾ ਹਰ ਆਪ ਅਕਾਲ ਪੁਰਖ ਪਰਮਾਤਮਾ, ਜਿਹੜਾ ਆਪਾਂ ਸ਼ਬਦ ਪੜ੍ਹਦੇ ਹਾਂ, ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ। ਕਿਹੜੇ ਵੀ ਯੁੱਗ ਦੇ ਵਿੱਚ ਕੋਈ ਭਗਤੀ ਕਰਨ ਵਾਲਾ ਹੋਇਆ, ਜੇ ਉਹਨੇ ਭਗਤੀ ਕੀਤੀ, ਜੇ ਕਿਸੇ ਨੇ ਆਣ ਕੇ ਉਹਨੂੰ ਦੁਖੀ ਕੀਤਾ, ਉਹਦੀ ਪੈਜ ਅਕਾਲ ਪੁਰਖ ਪਰਮਾਤਮਾ ਨੇ ਆਪ ਆਣ ਕੇ ਰੱਖੀ ਹੈ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਭਗਤੀ ਕਰਨ ਵਾਲਿਆਂ ਦੇ ਨਾਲ ਪਰਮਾਤਮਾ ਖੜਾ ਹੈ। ਤੇ ਸਤਿਗੁਰੂ ਜੀ ਕਹਿੰਦੇ ਸਤਿਗੁਰੂ ਕੇ ਪਿੱਛੇ ਸਭ ਉਬਾਰਿਆ। ਹੁਣ ਜਿਹੜਾ ਸਤਿਗੁਰੂ ਹੈ ਉਹਦੇ ਪਿੱਛੇ ਲੱਗ ਕੇ ਅਸੀਂ ਵੀ ਤਰਨਾ ਹੈ। ਸਤਿਗੁਰੂ ਆਪ ਤਾਂ ਤਰਿਆ ਹੀ ਤਰਿਆ ਨਾ, ਹੁਣ ਸਤਿਗੁਰੂ ਦੇ ਪਿੱਛੇ ਲੱਗ ਕੇ ਅਸੀਂ ਵੀ ਤਰਨਾ। ਹਮ ਲਾਵੇ ਆਪਣ ਪਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੇ ਆਪਣ ਪਾਲੀ। ਸਤਿਗੁਰੂ ਜੀ ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਕਹਿੰਦੇ ਮੇਰੇ ਮਿੱਤਰੋ ਗੁਰੂ ਦੀ ਦੱਸੀ ਹੋਈ ਚਾਲ ਤੇ ਚੱਲੋ। ਜੋ ਗੁਰ ਕਹੇ ਸੋਈ ਭਲ ਮਾਨੋ, ਜੋ ਗੁਰੂ ਕਹਿੰਦਾ ਉਸੇ ਨੂੰ ਭਲਾ ਮੰਨ ਕੇ ਚੱਲੋ। ਹਰ ਹਰ ਕਥਾ ਨਿਰਾਲੀ, ਸਤਿਗੁਰੂ ਜੋ ਮੰਦਾ ਚਿਤਵੇ ਪੂਰੇ ਸਤਿਗੁਰੂ ਕਾ, ਜਿਹੜਾ ਆਪਣੇ ਪੂਰੇ ਸਤਿਗੁਰੂ ਦਾ ਮੰਦਾ ਚਿਤਵਦਾ ਨਾ, ਕਰਦਾ ਨਾ, ਆਪ ਉਪਾਵਨ ਹਾਰੇ ਮਾਰਿਆ। ਰੱਬ ਉਹਨੂੰ ਆਪੇ ਹੀ ਸਬਕ ਸਿਖਾ ਦਿੰਦਾ ਹੈ। ਸਮਾਂ ਲੱਗਦਾ ਹੈ, ਇਹ ਸਾਨੂੰ ਮਹਿਸੂਸ ਨਹੀਂ ਹੁੰਦਾ, ਪਰ ਅਸਲ ਦੇ ਵਿੱਚ ਇਹ ਗੱਲ ਪੱਕੀ ਹੈ ਵੀ ਜਿਹੜਾ ਬੰਦਾ ਅਤ ਕਰਦਾ ਉਹਦਾ ਅੰਤ ਜ਼ਰੂਰ ਹੁੰਦਾ ਹੈ। ਤੇ ਜਿਹੜਾ ਨਿਮਰਤਾ ਰੱਖਦਾ ਹੈ ਉਹ ਨੀਵਾਂ ਚੱਲਦਾ ਹੈ, ਪਰਮਾਤਮਾ ਉਹਨੂੰ ਉੱਚਾ ਲੈ ਕੇ ਚੱਲਦਾ ਹੈ। ਜਿਹੜਾ ਬੰਦਾ ਉੱਚਾ ਚੱਲਦਾ ਹੈ ਉਹ ਧਰਤੀ ਦੇ ਵਿੱਚ ਅਕਾਲ ਪੁਰਖ ਪਰਮਾਤਮਾ ਨੂੰ ਗੱਢ ਦਿੰਦਾ ਹੈ। ਇਹ ਪਰਮਾਤਮਾ ਦੇ ਉੱਪਰ ਇਹ ਬੜੀ ਸਮਰੱਥਾ ਹੈ ਕਿ ਜਿਹੜਾ ਬੰਦਾ ਨਿਵ ਕੇ ਚੱਲਦਾ ਹੈ ਰੱਬ ਉਹਨੂੰ ਉੱਚਿਆਂ ਲੈ ਕੇ ਜਾਂਦਾ ਹੈ। ਜਿਹੜਾ ਬੰਦਾ ਅਤ ਕਰਦਾ ਉਹਦਾ ਅੰਤ ਜ਼ਰੂਰ ਹੁੰਦਾ ਹੈ। ਤੇ ਸਤਿਗੁਰੂ ਇੰਨੀ ਨਿਮਰਤਾ ਰੱਖਦੇ ਨੇ, ਉਹਨਾਂ ਨੇ ਅਤ ਦੀ ਨਿਮਰਤਾ ਰੱਖੀ, ਬਹੁਤ ਜ਼ਿਆਦਾ ਨਿਮਰਤਾ ਰੱਖੀ। ਜੰਗਾਂ ਯੁੱਧਾਂ ਦੇ ਵਿੱਚ ਵੀ ਆਪਣੇ ਦੁਸ਼ਮਣ ਨੂੰ ਪਾਣੀ ਪਿਆਉਂਦੇ ਨੇ, ਦੁਸ਼ਮਣ ਦੀ ਸਹਾਇਤਾ ਕਰਦੇ ਨੇ, ਦੁਸ਼ਮਣ ਦੀ ਮਦਦ ਕਰਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਅਕਾਲ ਪੁਰਖ ਪਰਮਾਤਮਾ ਨੂੰ ਕੀ ਚੰਗਾ ਲੱਗਦਾ ਹੈ। ਜੰਗ ਲੜਨੇ, ਜੰਗਾਂ ਦੇ ਵਿੱਚ ਯੁੱਧ ਕਰਨੇ, ਇਹ ਪਰਮਾਤਮਾ ਦਾ ਮਾਰਗ ਨਹੀਂ ਹੈ। ਪਰਮਾਤਮਾ ਦਾ ਮਾਰਗ ਦਇਆ, ਧਰਮ, ਧੀਰਜ, ਸੰਤੋਖ, ਸਬਰ, ਸਰਬੱਤ ਦਾ ਭਲਾ ਮੰਗਣਾ, ਇਹ ਪਰਮਾਤਮਾ ਦਾ ਮਾਰਗ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ ਇਹ ਗੱਲ ਹਰ ਸੱਚੇ ਕੀ ਹੈ, ਇਹ ਅਕਾਲ ਪੁਰਖ ਪਰਮਾਤਮਾ ਜੀ ਨੂੰ ਚੰਗੀ ਲੱਗਦੀ ਹੈ। ਤੇ ਇਹ ਉਹੀ ਕਰ ਸਕਦਾ ਹੈ ਜਿਨ੍ਹਾਂ ਨੇ ਪਰਮਾਤਮਾ ਨੂੰ ਚੇਤੇ ਦੇ ਵਿੱਚ ਰੱਖਿਆ, ਸਤਿਗੁਰੂ ਦੇ ਰਾਹੀਂ ਪਰਮਾਤਮਾ ਦੇ ਨਾਮ ਨੂੰ ਜਪਿਆ। ਸਤਿਗੁਰੂ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਨਾਮ ਦੀਆਂ ਦਾਤਾਂ, ਪ੍ਰੇਮ ਦੀਆਂ ਦਾਤਾਂ, ਭਾਵਨਾ ਦੀਆਂ ਦਾਤਾਂ ਤੇ ਸੰਸਾਰ ਦੇ ਵਿੱਚ ਵਿਚਰਨ ਦਾ ਢੰਗ ਸਿਖਾਉਣ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਖਿਮਾ ਕਰਨੀਆਂ ਜੀ। ਪਿਆਰ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹਿਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ। ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ। ਸੋ ਕਿਉ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ।